ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਅਸੀਂ ਜਿਵੇਂ ਕਿ ਹਰ ਵਾਰੀ ਤੁਹਾਨੂੰ ਦੱਸਦੇ ਹਾਂ ਕਿ ਕਮਿੰਗ ਇਨਟੇਕਸ ਬਾਰੇ ਜਾਂ ਲੇਟੈਸਟ ਅਪਡੇਟਸ ਬਾਰੇ ਕਿ ਸਟੂਡੈਂਟਸ ਜੋ ਹੈ ਅਵੇਅਰ ਰਹਿਣ, ਕਿਤੇ ਵੀ ਕੋਈ ਉਹਨਾਂ ਦੀ ਜਾਣਕਾਰੀ ਉਹਨਾਂ ਤੋਂ ਵਾਂਝੀ ਨਾ ਰਹਿ ਜਾਏ। ਸੋ ਅੱਜ ਵੀ ਪੂਰਾ ਜਾਣਕਾਰੀ ਭਰਪੂਰ ਤੁਹਾਡੇ ਲਈ ਸ਼ੋਅ ਲੈ ਕੇ ਆਏ ਹਾਂ। ਸੋ ਬਹੁਤ ਖਾਸ ਗੱਲਾਂ ਅੱਜ ਵੀ ਅਸੀਂ ਡਿਸਕਸ ਕਰਨੀ ਹੈ, ਇਸ ਲਈ ਪੂਰਾ ਸ਼ੋਅ ਤੁਸੀਂ ਧਿਆਨ ਦੇ ਨਾਲ ਵੇਖਣਾ ਤੇ ਸੁਣਨਾ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ IDP ਕੰਪਨੀ ਤੋਂ ਨਾਰਥ ਪੰਜਾਬ ਹੈਡ ਮਿਸਟਰ ਜੈਸਮੀਨ ਸਿੰਘ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਭ ਤੋਂ ਪਹਿਲਾਂ ਤਾਂ ਵੈਸੇ ਅਗਰ IDP ਕੰਪਨੀ ਦੀ ਗੱਲ ਕਰੀਏ, ਬਹੁਤ ਵੱਡੀ ਕੰਪਨੀ ਹੈ, ਬਹੁਤ ਨਾਮ ਹੈ, ਕਈ ਸਾਲਾਂ ਤੋਂ ਸਟੂਡੈਂਟਸ ਨੂੰ ਵਧੀਆ ਕਾਉਂਸਲਿੰਗ ਦਿੱਤੀ ਜਾਂਦੀ ਹੈ। ਤਾਂ ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ IDP ਐਜੂਕੇਸ਼ਨ ਬਾਰੇ ਹੀ, ਹੋਰ ਡਿਟੇਲ ਵਿੱਚ ਜੋ ਹੈ ਸਾਡੇ ਦਰਸ਼ਕਾਂ ਨੂੰ, ਸਟੂਡੈਂਟਸ ਨੂੰ, ਪੇਰੈਂਟਸ ਨੂੰ ਪਤਾ ਚੱਲੇ। ਸ਼ੁਕਰੀਆ ਐਂਡ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਮੈਂ ਦੱਸਣਾ ਚਾਹਾਂਗਾ ਕਿ IDP ਨੂੰ ਆਲਮੋਸਟ 50 ਸਾਲ ਹੋ ਗਏ ਨੇ ਆਪਰੇਟ ਕਰਦੇ ਹੋਏ ਵਰਲਡ ਮਾਰਕੀਟ ਦੇ ਵਿੱਚ, ਔਰ ਇਹ ਓਵਰਸੀਜ਼ ਐਜੂਕੇਸ਼ਨ ਕੰਸਲਟੈਂਸੀ 'ਚ ਵਰਲਡ ਲੀਡਰ ਹੈ। ਆਸਟ੍ਰੇਲੀਅਨ ਲਿਸਟਡ ਕੰਪਨੀ ਹੈ ਔਰ ਇੰਡੀਆ 'ਚ ਅਸੀਂ ਕਰੀਬਨ 1995 ਦੇ ਵਿੱਚ ਲਾਂਚ ਕੀਤਾ ਸੀਗਾ। ਔਰ ਅਸੀਂ ਬੇਸਿਕਲੀ ਸਟੂਡੈਂਟ ਕੰਸਲਟੈਂਸੀ ਦੇ ਵਿੱਚ ਡੀਲ ਕਰਦੇ ਹਾਂ। ਸੋ ਬੱਚਿਆਂ ਦੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਫॉर ਹਾਇਰ ਐਜੂਕੇਸ਼ਨ, ਉਹਨਾਂ ਬੱਚਿਆਂ ਨੂੰ ਅਸੀਂ ਬਾਹਰ ਭੇਜਦੇ ਹੈਗੇ ਹਾਂ, ਕੰਸਲਟੈਂਸੀ ਪ੍ਰੋਵਾਈਡ ਕਰਦੇ ਹਾਂ ਜੀ। ਸੋ ਕਈ ਸਾਲਾਂ ਤੋਂ ਜੋ ਹੈ ਤੁਸੀਂ ਸਟੂਡੈਂਟਸ ਨੂੰ ਕਾਉਂਸਲਿੰਗ ਦਿੰਦੇ ਆ ਰਹੇ ਹੋ। ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗੀ, ਜਦ ਗੱਲ ਅਬਰੋਡ ਦੀ ਹੁੰਦੀ ਹੈ, ਨਾਲ ਸਟੱਡੀ ਦੀ ਹੁੰਦੀ ਹੈ, ਕਿਉਂ ਸਟੂਡੈਂਟਸ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ, ਜਾਂ ਫਿਰ ਕਿਉਂ ਸਟੂਡੈਂਟਸ ਨੂੰ ਵਾਕਈ ਵਿਦੇਸ਼ ਜਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ? ਦੇਖੋ, ਇੰਡੀਆ ਦੇ ਵਿੱਚ ਐਜੂਕੇਸ਼ਨ ਬਹੁਤ ਚੰਗੀ ਹੈਗੀ ਹੈ। ਇਨਫੈਕਟ ਜਿਹੜੇ ਬੱਚੇ ਇੱਥੇ ਦੇ ਕਾਫੀ ਬ੍ਰਾਈਟ ਨੇ, ਉਹ ਅੱਗੇ ਚਾਹੁੰਦੇ ਵੀ ਹੈ ਕਿ ਅਸੀਂ ਕਰੀਅਰ ਦੇ ਵਿੱਚ ਅੱਛਾ ਆਪਣਾ ਨਾਮ ਬਣਾਈਏ, ਅੱਛੀ ਪੜ੍ਹਾਈ ਕਰੀਏ। ਅੱਛੇ ਕੋਰਸਿਸ ਦੀ ਮੈਂ ਕਹਾਂਗਾ ਥੋੜ੍ਹਾ ਜਿਹਾ ਡਿਮਾਂਡ ਸਪਲਾਈ ਦੀ ਗੱਲ ਹੈਗੀ, ਜਿਹਦੇ ਕਰਕੇ ਬੱਚਿਆਂ ਨੂੰ ਜਿਹੜੇ ਲੋੜੀਂਦੇ ਕੋਰਸ ਨੇ ਜਿਹੜੇ ਉਹ ਅਪਲਾਈ ਕਰਨਾ ਚਾਹੁੰਦੇ ਨੇ, ਉਹ ਇੱਥੇ ਥੋੜ੍ਹਾ ਜਿਹਾ ਮੁਸ਼ਕਿਲ ਹੁੰਦੀ ਹੈ, ਜਿਹਦੇ ਕਰਕੇ ਉਹ ਬਾਹਰ ਅਪਲਾਈ ਕਰਦੇ ਨੇ, ਰਾਈਟ। ਸੋ ਵਰਲਡ ਲੈਵਲ ਦੇ ਵਿੱਚ ਇੰਨਾ ਵੱਡਾ ਫੋਰਮ ਹੈਗਾ, ਅਸੀਂ ਟੌਪ 6 ਕੰਟਰੀਜ਼ ਹੈਗੀਆਂ, ਆਪਣਾ ਕੈਨੇਡਾ, US, ਇੱਥੇ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਸੌਰੀ UK, ਤੁਹਾਡਾ ਆਇਰਲੈਂਡ। ਇਹ ਕੁਝ 6 ਕੰਟਰੀਜ਼ ਹੈ ਜਿਹੜੀ ਕਿ ਇੰਗਲਿਸ਼ ਸਪੀਕਿੰਗ ਅਸੀਂ ਬੱਚਿਆਂ ਨੂੰ ਉੱਥੇ ਪੂਰਾ ਵਰਲਡ ਲੈਵਲ ਫੋਰਮ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ, ਤਾਂ ਕਿ ਉਹ ਜਿਹੜੀ ਵੱਡੀ ਅੱਛੀ ਯੂਨੀਵਰਸਿਟੀਜ਼ ਹੈਗੀਆਂ ਉੱਥੇ ਆਪਣਾ ਕੋਰਸ ਉਹਨਾਂ ਦੇ ਚੋਇਸ ਦੇ ਨਾਲ ਅਪਲਾਈ ਕਰ ਸਕਣ। ਜੀ 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 ਬਿਲਕੁਲ। ਅਤੇ ਅਗਰ ਕੋਈ ਦਰਸ਼ਕਾਂ ਦੇ ਮਨ ਵਿੱਚ ਸਵਾਲ ਹੋਵੇ ਜਾਂ ਤੁਸੀਂ IDP ਕੰਪਨੀ ਦੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ, ਤਾਂ ਲਗਾਤਾਰ ਸਕਰੀਨ ਦੇ ਉੱਪਰ ਨੰਬਰ ਵੀ ਡਿਸਪਲੇ ਹੋ ਰਿਹਾ, ਇਸ ਉੱਪਰ ਕਾਲ ਕਰਕੇ ਤੁਸੀਂ IDP ਕੰਪਨੀ ਦੇ ਮਾਹਿਰ ਕਾਉਂਸਲਰਸ ਦੇ ਨਾਲ ਗੱਲ ਕਰ ਸਕਦੇ ਹੋ ਤੇ ਸਲਾਹ ਲੈ ਸਕਦੇ ਹੋ। ਤੇ ਜੇਕਰ ਤੁਸੀਂ ਇੱਥੇ ਵਿਜ਼ਿਟ ਕਰਨਾ ਚਾਹੋ, ਸਕਰੋਲ ਦੇ ਵਿੱਚ ਪੂਰੀ ਡਿਟੇਲ ਵੀ ਚੱਲ ਰਹੀ ਹੈ ਬ੍ਰਾਂਚਿਸ ਦੀ, ਜਿੱਥੇ ਤੁਹਾਨੂੰ ਨੇੜੇ ਲੱਗੇ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਵੀ ਜ਼ਰੂਰ ਕਰ ਸਕਦੇ ਹੋ। ਸਰ, ਇੱਥੇ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਲੁਧਿਆਣਾ ਵਿੱਚ ਬੈਠਦੇ ਹੋ, ਉੱਥੇ ਤੁਸੀਂ ਉੱਥੋਂ ਦੀ ਬ੍ਰਾਂਚ ਹੈਂਡਲ ਕਰਦੇ ਹੋ, ਤਾਂ ਮੈਂ ਜ਼ਰੂਰ ਤੁਹਾਡੀ ਲੁਧਿਆਣਾ ਬ੍ਰਾਂਚ ਬਾਰੇ ਵੀ ਜਾਣਨਾ ਚਾਹੂੰਗੀ ਕਿ ਕਿਸ ਤਰੀਕੇ ਨਾਲ ਉੱਥੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀ ਕਾਉਂਸਲਿੰਗ ਮਿਲਦੀ ਹੈ, ਕਿਹੜੀ ਆਪਸ਼ਨਸ ਆ ਉਹਨਾਂ ਨੂੰ ਉੱਥੇ ਫਾਇਦਾ ਮਿਲ ਸਕਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਬੜਾ ਪ੍ਰਾਊਡਲੀ ਇਹ ਦੱਸਣਾ ਚਾਹਾਂਗਾ ਕਿ IDP ਨੇ ਆਪਣੀ 9ਵੀਂ ਬ੍ਰਾਂਚ ਲਾਂਚ ਕੀਤੀ ਹੈ ਪੰਜਾਬ ਦੇ ਵਿੱਚ, ਔਰ ਲੁਧਿਆਣਾ ਦੇ ਵਿੱਚ ਸਾਡੀ ਦੂਸਰੀ ਬ੍ਰਾਂਚ ਹੈ। ISBT ਦੇ ਕੋਲ, ਬੱਸ ਸਟੈਂਡ ਦੇ ਕੋਲ ਪਾਸਪੋਰਟ ਆਫਿਸ ਹੈ, ਬਿਲਕੁਲ ਉਹਦੇ ਐਡਜੋਇਨਿੰਗ CN ਟਾਵਰ ਦੇ ਵਿੱਚ ਗਰਾਊਂਡ ਫਲੋਰ ਤੇ ਸਾਡੀ ਬ੍ਰਾਂਚ ਨਵੀਂ ਖੁੱਲੀ ਹੈ। ਔਰ ਇੱਕ ਤਰ੍ਹਾਂ ਨਾਲ ਇਹ ਟੈਸਟੀਮਨੀ ਹੈ, ਜਿਹਨੂੰ ਕਹਿੰਦੇ ਇੱਕ ਵਿਸ਼ਵਾਸ ਹੈ, ਜਿਹੜਾ ਕਿ ਸਟੂਡੈਂਟਸ ਨੇ ਹਮੇਸ਼ਾ ਦਿਖਾਇਆ ਹੈ IDP ਉੱਤੇ, ਔਰ IDP ਨੇ ਵੀ ਆਪਣੇ ਵੱਲੋਂ ਬਹੁਤ ਟਰਾਂਸਪੇਰੈਂਸੀ ਨਾਲ ਬੱਚਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਪਲੇਸ ਕੀਤਾ ਹੈ। ਉਹਨਾਂ ਦੀ ਐਜੂਕੇਸ਼ਨ ਲਈ, ਉਹਨਾਂ ਦੀ ਹਾਇਰ ਐਜੂਕੇਸ਼ਨ ਲਈ ਉਹਨਾਂ ਨੂੰ ਯੂਨੀਵਰਸਿਟੀ ਜਿੱਦਾਂ ਦੀ ਅਸੀਂ ਜਾਂ ਕਾਲਜ ਇੰਸਟੀਟਿਊਟ ਜਿਹੜੇ ਅਸੀਂ ਪ੍ਰੋਵਾਈਡ ਕਰਦੇ ਹਾਂ, ਉਹਨਾਂ ਨਾਲ ਉਹਨਾਂ ਦਾ ਕਰੀਅਰ ਬੜਾ ਅੱਛਾ ਫਾਰਮ ਹੁੰਦਾ ਹੈ, ਜਿਹਦੇ ਕਰਕੇ ਅੱਜ ਸਾਡੀ ਡਿਮਾਂਡ ਸੀਗੀ, ਜਿਹਦੇ ਕਰਕੇ ਅਸੀਂ ਇੱਕ ਹੋਰ ਨਵਾਂ ਆਫਿਸ ਜਿਹੜਾ ਹੈ ਲੁਧਿਆਣੇ ਵਿੱਚ ਲੈ ਕੇ ਆਏ ਹਾਂ ਜੀ ਬਿਲਕੁਲ। ਸੋ ਤੁਹਾਨੂੰ ਦੱਸ ਦਈਏ ਕਿ ਕੁੱਲ ਮਿਲਾ ਕੇ 9 ਬ੍ਰਾਂਚਿਸ ਨੇ ਪੂਰੇ ਪੰਜਾਬ ਦੇ ਵਿੱਚ IDP ਕੰਪਨੀ ਦੀਆਂ। ਸੋ ਤੁਹਾਨੂੰ ਡਿਟੇਲ ਵੀ ਲਗਾਤਾਰ ਸਕਰੋਲ ਵਿੱਚ ਨਜ਼ਰ ਆ ਰਹੀ ਹੈ। ਲੁਧਿਆਣਾ ਵਿੱਚ ਹੀ ਇਹ ਸੈਕੰਡ ਬ੍ਰਾਂਚ ਹੈ ਨਾ ਜੀ? ਬਿਲਕੁਲ। ਸੋ ਲੁਧਿਆਣਾ ਵਿੱਚ ਹੀ 2 ਬ੍ਰਾਂਚਾਂ ਨੇ, ਤੁਸੀਂ ਇੱਥੇ ਕਿਤੇ ਵੀ ਪਹੁੰਚ ਸਕਦੇ ਹੋ ਜਿੱਥੇ ਤੁਹਾਨੂੰ ਨੇੜੇ ਲੱਗਦਾ ਹੈ। ਸੋ ਅਗਰ ਆਪਾਂ ਇੱਥੇ ਗੱਲ ਕਰਨਾ ਚਾਹੀਏ ਕਿ ਅਗਰ ਸਟੂਡੈਂਟਸ ਇੱਥੇ ਆਉਂਦੇ ਨੇ, ਕਿਹੜੀ ਡੈਸਟੀਨੇਸ਼ਨਸ ਬਾਰੇ ਇੱਥੇ ਉਹਨਾਂ ਨੂੰ ਜਾਣਕਾਰੀ ਮਿਲ ਸਕੇਗੀ? ਕਿਉਂਕਿ ਸਟੂਡੈਂਟਸ ਦਾ ਇੰਟਰਸਟ ਬਹੁਤ ਸਾਰੀ ਕੰਟਰੀਜ਼ ਵਿੱਚ ਹੁੰਦਾ ਹੈ। ਇੱਥੇ ਸਟੂਡੈਂਟ ਆਉਂਦੇ ਨੇ, ਕਿਹੜੀ ਕੰਟਰੀਜ਼ ਲਈ ਇਹਨਾਂ ਨੂੰ ਪੂਰੀ ਜਾਣਕਾਰੀ ਮਿਲ ਸਕੇਗੀ? ਸੋ ਇਹ ਨਵੇਂ ਦਫ਼ਤਰ ਦੇ ਵਿੱਚ ਸਾਡੇ 3 ਬੇਸਿਕਲੀ ਡੈਸਟੀਨੇਸ਼ਨਸ ਹੈ ਜਿਹੜੀ ਅਸੀਂ ਕੈਟਰ ਕਰਦੇ ਹਾਂ। ਅਸੀਂ ਕੈਨੇਡਾ ਕੈਟਰ ਕਰ ਰਹੇ ਹਾਂ, UK ਤੇ ਆਸਟ੍ਰੇਲੀਆ। ਸੋ ਇਹ 3 ਡੈਸਟੀਨੇਸ਼ਨ ਵਿੱਚ ਬੱਚੇ ਜਾ ਸਕਦੇ ਨੇ। ਬਟ ਅਸਾਈਡ ਟੂ ਦਿਸ ਅਸੀਂ ਬਾਕੀ ਵੀ, ਜਿੱਦਾਂ ਮੈਂ ਤੁਹਾਨੂੰ ਕਿਹਾ, 6 ਕੰਟਰੀਜ਼ ਦੇ ਵਿੱਚ ਅਸੀਂ ਬੱਚੇ ਭੇਜਦੇ ਹੈਗੇ ਆ, ਜਿਹੜੇ ਕਿ ਬੱਚੇ ਉੱਥੇ ਕਾਉਂਸਲਿੰਗ ਲੈ ਸਕਦੇ ਆ। ਠੀਕ ਹੈ ਬਿਲਕੁਲ। ਕਿਉਂਕਿ ਜ਼ਿਆਦਾਤਰ ਅੱਜ ਕੱਲ੍ਹ ਇਨਕੁਆਇਰੀਜ਼ ਵੀ ਇਹਨਾਂ 3 ਕੰਟਰੀਜ਼ ਲਈ ਬਹੁਤ ਜ਼ਿਆਦਾ ਹੀ ਨੇ, ਔਰ ਕਮਿੰਗ ਇਨਟੇਕਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਸਰ ਜ਼ਰੂਰ ਉਸ ਦੇ ਬਾਰੇ ਵੀ ਜਾਣਕਾਰੀ, ਇਹਨਾਂ 3 ਡੈਸਟੀਨੇਸ਼ਨਸ ਬਾਰੇ, ਨੈਕਸਟ ਕਮਿੰਗ ਇਨਟੇਕਸ ਬਾਰੇ, ਤਾਂ ਕਿ ਸਟੂਡੈਂਟਸ ਟਾਈਮਲੀ ਆਪਣਾ ਡਿਸੀਜ਼ਨ ਲੈ ਸਕਣ ਤੇ ਅਪਲਾਈ ਕਰ ਸਕਣ।
ਸੋ ਮੈਂ ਦੱਸਣਾ ਚਾਹਾਂਗਾ ਕਿ ਕੈਨੇਡਾ ਜਿਹੜੇ ਕਿ ਸਭ ਤੋਂ ਹੌਟ ਡੈਸਟੀਨੇਸ਼ਨ ਹੈ ਪੰਜਾਬ ਦੇ ਸਟੂਡੈਂਟਸ ਲਈ, ਉਹਨਾਂ ਲਈ 2 ਇਨਟੇਕਸ ਹੈ ਜਿਹੜੇ ਕਮਿੰਗ ਇਨਟੇਕਸ ਹੈ। ਜਨਵਰੀ 2023 ਦਾ ਇਨਟੇਕ ਜਿਹੜਾ ਹੁਣ ਓਪਨ ਹੋ ਗਿਆ ਹੈ ਔਰ ਅਸੀਂ ਸੈਪਟੈਂਬਰ ਤੱਕ ਫਾਈਲਿੰਗ ਕਰ ਸਕਦੇ ਹਾਂ, ਅਰਲੀ ਸੈਪਟੈਂਬਰ ਤੱਕ ਅਸੀਂ ਫਾਈਲਿੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਤੁਹਾਡਾ ਅਗਲਾ ਇਨਟੇਕ ਮਈ 23 ਦਾ ਹੈਗਾ, ਜਿਹਦੇ ਲਈ ਜਿਹੜੀ ਆਫਰਸ ਨੇ ਜਾਂ ਐਪਲੀਕੇਸ਼ਨਸ ਨੇ ਉਹ ਅਸੀਂ ਸੈਪਟੈਂਬਰ ਔਨਵਰਡਸ ਅਸੀਂ ਲਵਾਂਗੇ ਜੀ। ਬਟ ਮੈਂ ਦੱਸਣਾ ਚਾਹਾਂਗਾ ਕਿਉਂਕਿ ਸੀਟਸ ਬਹੁਤ ਜਲਦੀ ਫਿਲ ਹੋ ਜਾਂਦੀਆਂ, ਬਹੁਤ ਜ਼ਿਆਦਾ ਡਿਮਾਂਡ ਹੈ ਫੋਰਨ ਇੰਸਟੀਟਿਊਸ਼ਨਸ ਦੀ, ਤੇ ਜਿਹੜੇ ਬੱਚੇ ਚਾਹਵਾਨ ਹੈਗੇ ਹੈ ਉਹ ਇਮੀਡੀਏਟਲੀ ਸਾਡੇ ਜਿਹੜਾ ਨਵਾਂ ਦਫ਼ਤਰ ਹੈ ਜਾਂ ਸਾਡਾ ਫਿਰੋਜ਼ ਗਾਂਧੀ ਦਾ ਦਫ਼ਤਰ ਹੈ ਜਾਂ ਪੰਜਾਬ 'ਚ ਜਿੰਨੇ ਵੀ ਦਫ਼ਤਰ ਹੈ ਇਮੀਡੀਏਟਲੀ ਅਪਲਾਈ ਕਰਨ। UK ਵਾਸਤੇ ਦੱਸਣਾ ਚਾਹਾਂਗਾ ਜਨਵਰੀ ਤੇ ਫੈਬਰੀ 2023 ਦੇ ਇਨਟੇਕ ਅਵੇਲੇਬਲ ਨੇ, ਉੱਥੇ ਵੀ ਬੱਚਿਆਂ ਦਾ ਰੁਝਾਨ ਆਫ ਲੇਟ ਬਹੁਤ ਵਧੀਆ ਹੈਗਾ, ਬੱਚੇ ਕਾਫੀ ਜਾ ਰਹੇ ਨੇ ਤੇ ਉੱਥੇ ਵੀ ਸੀਟਸ ਬੜੀ ਜਲਦੀ ਫਿਲ ਹੋ ਰਹੀਆਂ। ਜਿਹੜੇ ਬੱਚੇ ਜਾਣਾ ਚਾਹੁੰਦੇ ਨੇ, ਅਪਲਾਈ ਕਰਨਾ ਚਾਹੁੰਦੇ ਨੇ UK, ਇਮੀਡੀਏਟਲੀ ਸਾਡੇ ਦਫ਼ਤਰ 'ਚ ਕਾਉਂਸਲਰਸ ਨੂੰ ਆ ਕੇ ਮਿਲਣ। ਆਸਟ੍ਰੇਲੀਆ ਦਾ ਜਿਹੜਾ ਕਮਿੰਗ ਇਨਟੇਕ ਹੈ ਉਹ ਨਵੰਬਰ 22 ਹੈ ਐਂਡ ਫਿਰ ਫੈਬਰੀ 23 ਹੈ। ਸੋ ਇਹ 2 ਇਨਟੇਕਸ ਅਵੇਲੇਬਲ ਹੈ, ਦੋਨਾਂ ਲਈ ਅਸੀਂ ਜਿਹੜੀ ਐਪਲੀਕੇਸ਼ਨਸ ਉਹ ਪ੍ਰੋਸੀਡ ਕਰ ਰਹੇ ਹੈਗੇ ਆ। ਬੱਚੇ ਇਮੀਡੀਏਟਲੀ ਜਾਣ, ਅਪਲਾਈ ਕਰਨ, ਕਿਉਂਕਿ ਬੱਚਿਆਂ ਦਾ ਕਾਫੀ ਇੰਟਰਸਟ ਹੈ ਆਸਟ੍ਰੇਲੀਆ ਲਈ ਵੀ। ਸੋ ਇਹ ਤਿੰਨੋਂ ਡੈਸਟੀਨੇਸ਼ਨ ਦੇ ਇਨਟੇਕਸ ਅਵੇਲੇਬਲ ਨੇ। ਬਿਲਕੁਲ, ਸੋ ਮੈਨੂੰ ਪੂਰੀ ਉਮੀਦ ਹੈ ਜਿੰਨੇ ਦਰਸ਼ਕ ਸਾਡੇ ਸ਼ੋਅ ਨਾਲ ਬਣੇ ਹੋਏ ਨੇ, ਸੋ ਕੈਨੇਡਾ, UK, ਆਸਟ੍ਰੇਲੀਆ ਦੇ ਕਮਿੰਗ ਇਨਟੇਕਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਏਗੀ। ਤੇ ਸਰ ਦੇਖੋ, ਜਦੋਂ ਆਪਾਂ ਇਹਨਾਂ ਤਿੰਨਾਂ ਡੈਸਟੀਨੇਸ਼ਨਸ ਦੀ ਗੱਲ ਕਰਦੇ ਹਾਂ, ਇੰਟਰਸਟ ਸਭ ਤੋਂ ਜ਼ਿਆਦਾ ਇੱਥੇ ਹੁੰਦਾ, ਪਰ ਨਾਲ ਹੀ ਅਗਲਾ ਸਵਾਲ ਪੇਰੈਂਟਸ ਦਾ ਜਾਂ ਬੱਚਿਆਂ ਦਾ ਹੀ ਹੁੰਦਾ ਕਿ ਸਾਨੂੰ ਕੰਮ ਨੂੰ ਲੈ ਕੇ ਤਾਂ ਨਹੀਂ ਕੋਈ ਦਿੱਕਤ ਆਏਗੀ। ਸੋ ਪੋਸਟ ਸਟੱਡੀ ਵਰਕ ਵੀਜ਼ਾ ਬਾਰੇ ਵੀ ਮੈਂ ਜ਼ਰੂਰ ਜਾਣਨਾ ਚਾਹਾਂਗੀ ਜਦ ਆਪਾਂ ਗੱਲ ਕਰਦੇ ਹਾਂ ਕੈਨੇਡਾ, UK ਔਰ ਆਸਟ੍ਰੇਲੀਆ ਦੀ। ਸੋ ਪੋਸਟ ਵਰਕ ਵੀਜ਼ਾ ਅਵੇਲੇਬਿਲਿਟੀ ਹੈ, ਪੋਸਟ ਵਰਕ ਰਾਈਟਸ ਅਵੇਲੇਬਲ ਹੈਗੇ। ਸੋ ਮੈਂ ਦੱਸਣਾ ਚਾਹਾਂਗਾ UK 'ਚ 2 ਸਾਲ ਦਾ ਪੋਸਟ ਵਰਕ ਰਾਈਟ ਹੈਗਾ ਅਵੇਲੇਬਲ। ਆਸਟ੍ਰੇਲੀਆ ਦਾ ਆਲਮੋਸਟ ਅਪ ਟੂ 6 ਇਅਰਸ ਅਵੇਲੇਬਿਲਿਟੀ ਹੈ ਪੋਸਟ ਸਟੱਡੀ ਵਰਕ ਰਾਈਟਸ, ਔਰ ਕੈਨੇਡਾ ਦੇ ਵਿੱਚ ਵੀ 3 ਸਾਲ ਅਪ ਟੂ 3 ਇਅਰਸ ਪੋਸਟ ਸਟੱਡੀ ਵਰਕ ਰਾਈਟਸ ਅਵੇਲੇਬਲ ਹੈਗੇ ਜੀ। ਸੋ ਤੁਸੀਂ ਸਾਰੇ ਜ਼ਰੂਰ ਇਹ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਸੁਣੋ ਔਰ ਆਪਣੇ ਦਿਮਾਗ ਵਿੱਚ ਫਿੱਟ ਕਰ ਲਓ, ਕਿਉਂਕਿ ਬਹੁਤ ਸਾਰੇ ਸਵਾਲ ਸਾਡੇ ਕੋਲ ਲਗਾਤਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਰਹੇ ਸੀਗੇ। ਸਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਨੂੰ ਲੈ ਕੇ ਕੋਈ ਦਿੱਕਤ ਤਾਂ ਨਹੀਂ ਹੈ, ਖਾਸ ਤੌਰ ਤੇ ਕੈਨੇਡਾ, UK ਔਰ ਆਸਟ੍ਰੇਲੀਆ ਨੂੰ ਲੈ ਕੇ ਇਹ ਸਾਰੇ ਸਵਾਲ ਸੀ। ਸੋ ਤੁਹਾਡੇ ਸਵਾਲਾਂ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਮੈਂ ਵੀ ਬਹੁਤ ਐਕਸਪਰਟਸ ਤੋਂ ਹਮੇਸ਼ਾ ਸਲਾਹ ਲੈਂਦੀ ਰਹਿੰਦੀ ਹਾਂ, ਤਾਂ ਕਿ ਸਾਡੇ ਸਟੂਡੈਂਟਸ ਜਿੰਨੇ ਵੀ ਸਾਡੇ ਸ਼ੋਅ ਦੇ ਵਿੱਚ ਬਣਦੇ ਨੇ, ਸਾਡੇ ਨਾਲ ਜੁੜਦੇ ਨੇ, ਉਹਨਾਂ ਨੂੰ ਸਹੀ ਜਾਣਕਾਰੀ ਹਮੇਸ਼ਾ ਮਿਲਦੀ ਰਹੇ। ਸੋ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ, ਤੁਸੀਂ ਇਸ ਉੱਪਰ ਕਾਲ ਕਰਕੇ IDP ਕੰਪਨੀ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਕਮਿੰਗ ਇਨਟੇਕਸ ਬਾਰੇ, ਆਪਣੀ ਪ੍ਰੋਫਾਈਲ ਬਾਰੇ ਕੁਝ ਡਿਸਕਸ ਕਰਨਾ ਚਾਹੋ ਤਾਂ 9 ਬ੍ਰਾਂਚਿਸ ਦੀ ਡਿਟੇਲ ਵੀ ਜੋ ਹੈ ਲਗਾਤਾਰ ਸਕਰੋਲ ਦੇ ਵਿੱਚ ਚੱਲ ਰਹੀ ਹੈ, ਜਿੱਥੇ ਤੁਹਾਨੂੰ ਨੇੜੇ ਲੱਗੇ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਵੀ ਕਰ ਸਕਦੇ ਹੋ। ਕਈ ਅੱਛੀ ਪ੍ਰੋਫਾਈਲਸ ਹੁੰਦੀਆਂ ਸਰ, ਸੋ ਉਹਨਾਂ ਦਾ ਸਵਾਲ ਹੁੰਦਾ ਕਿ ਕੀ ਸਾਨੂੰ ਕੈਨੇਡਾ, UK ਜਾਂ ਆਸਟ੍ਰੇਲੀਆ ਦੇ ਵਿੱਚ ਸਕਾਲਰਸ਼ਿਪਸ ਵੀ ਮਿਲ ਸਕਦੀਆਂ ਨੇ? ਕਿੰਨੀ ਕਿ ਓਪਰਚੁਨਿਟੀਜ਼ ਹੈ ਕੈਨੇਡਾ, UK, ਆਸਟ੍ਰੇਲੀਆ ਦੇ ਵਿੱਚ ਅੱਜ ਵੀ, ਅਗਰ ਸਕਾਲਰਸ਼ਿਪਸ ਦੀ ਗੱਲ ਕਰੀਏ? ਸੋ ਮੈਂ ਦੱਸਣਾ ਚਾਹਾਂਗਾ ਕਿ ਤਿੰਨੋਂ ਕੰਟਰੀਜ਼ ਜਿਹੜੀਆਂ ਹੈ ਉਹਨਾਂ ਦੇ ਇੰਸਟੀਚਿਊਟ ਜਿਹੜੇ ਸਕਾਲਰਸ਼ਿਪ ਪ੍ਰੋਵਾਈਡ ਕਰਦੇ ਹੈ, ਔਰ ਇੱਕ ਫੋਰਨ ਸਟੂਡੈਂਟਸ ਲਈ ਬਹੁਤ ਅੱਛੀ ਓਪਰਚੁਨਿਟੀ ਹੈ ਕਿ ਉਹ ਆਪਣੇ ਮਨਪਸੰਦ ਦੇ ਕਾਲਜ ਜਿਹੜੇ ਜਿੱਥੇ ਜਾਣਾ ਚਾਹੁੰਦੇ ਨੇ, ਇੰਸਟੀਚਿਊਟ ਦੇ ਬਾਰੇ ਅਪਡੇਟ ਲੈ ਸਕਦੇ ਕਾਉਂਸਲਰ ਕੋ, ਤੇ ਐਗਜ਼ਿਸਟਿੰਗ ਸਕਾਲਰਸ਼ਿਪ ਕੀ ਹੈ ਉਹ ਵੀ ਜਾਣ ਸਕਦੇ, ਉਹਨਾਂ ਦੇ ਕੀ ਸਕੋਰਸ ਰਹੇ ਨੇ, ਐਜੂਕੇਸ਼ਨ ਸਕੋਰ ਕੀ ਹੈ ਜਾਂ ਉਹਨਾਂ ਦੇ ਆਇਲ ਸਕੋਰ ਕੀ ਹੈ, ਪਲੱਸ ਜਿੱਦਾਂ ਦੇ ਕਿਹੜੇ ਪ੍ਰੋਵਿੰਸ ਦੇ ਵਿੱਚ ਉਹ ਪੜ੍ਹਨਾ ਚਾਹੁੰਦੇ ਆ। ਸਾਰੀ ਚੀਜ਼ਾਂ ਬਹੁਤ ਇੰਪੋਰਟੈਂਟਲੀ ਅਸੀਂ ਪਹਿਲੇ ਅਪਡੇਟ ਲੈਂਦੇ ਆ, ਉਸ ਤੋਂ ਬਾਅਦ ਬੱਚਿਆਂ ਨੂੰ ਉਹਦੇ ਰਿਲੇਟਿਡ ਸਕਾਲਰਸ਼ਿਪ ਦਿੰਦੇ ਆ। ਉਹਦੇ ਲਈ ਤੁਹਾਨੂੰ ਸਾਡੇ ਇਮੀਡੀਏਟਲੀ ਕਾਉਂਸਲਰਸ ਨੂੰ ਮਿਲਣਾ ਪਏਗਾ, ਕਰੰਟਲੀ ਜਿਹੜੀ ਸਕਾਲਰਸ਼ਿਪ ਅਵੇਲੇਬਲ ਨੇ ਉਹਨਾਂ ਬਾਰੇ ਜਾਣਨਾ ਪਏਗਾ ਤੇ ਅਪਲਾਈ ਕਰਨਾ ਪਏਗਾ। ਜੀ ਬਿਲਕੁਲ। ਸੋ ਟਾਈਮਲੀ ਸਹੀ ਡਿਸੀਜਨ ਲੈਣਾ ਬਹੁਤ ਹੀ ਜ਼ਰੂਰੀ ਹੈ। ਕਈ ਵਾਰੀ ਆਪਾਂ ਟਾਈਮਲੀ ਡਿਸੀਜਨ ਨਹੀਂ ਲੈਂਦੇ ਆ, ਉਸੇ ਕਰਕੇ ਇੱਕ ਅੱਛੀ ਆਪਸ਼ਨ ਸਾਡੇ ਹੱਥੋਂ ਖੁੱਲ ਜਾਂਦੀ ਹੈ। ਸੋ ਤੁਸੀਂ ਜ਼ਰੂਰ ਟਾਈਮਲੀ ਇੱਕ ਵਧੀਆ ਡਿਸੀਜਨ ਲੈ ਕੇ ਅੱਗੇ ਨੂੰ ਵਧੋ, ਤਾਂ ਕਿ ਤੁਸੀਂ ਵਧੀਆ ਖੁਸ਼ੀ ਨਾਲ ਆਪਣਾ ਸਟੱਡੀ ਵੀਜ਼ਾ ਹਾਸਿਲ ਕਰ ਸਕੋ ਬਿਨਾਂ ਕਿਸੇ ਰੁਕਾਵਟ ਦੇ। ਅਗਰ ਗੱਲ ਕਰੀਏ ਸਾਡੇ ਪੰਜਾਬ ਵਿੱਚ, ਅਗਰ ਸਟੂਡੈਂਟਸ ਦੀ ਚੁਆਇਸ ਦੀ ਗੱਲ ਕਰੀਏ, ਕੋਰਸਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਕੋਰਸਿਸ ਨਾਰਮਲੀ ਦੇਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਕਾਫੀ ਪਪੂਲਰ ਨੇ, ਜਾਂ ਪੰਜਾਬ ਦੇ ਜਿਹੜੇ ਸਟੂਡੈਂਟਸ ਨੇ ਕਿਹੜੇ ਕੋਰਸਿਸ ਉੱਪਰ ਜ਼ਿਆਦਾ ਫੋਕਸ ਕਰਦੇ ਆ? ਸੋ ਸਾਰੀ ਸਟਰੀਮ ਦੇ ਵਿੱਚ, ਬਟ ਪੰਜਾਬ ਲਈ ਮੈਂ ਸਪੈਸ਼ਲੀ ਕਹਿਣਾ ਚਾਹਾਂਗਾ ਕਿ ਪੰਜਾਬ ਲਈ ਅਗਰ ਮੈਂ ਇੰਜੀਨੀਅਰਿੰਗ ਬੈਕਗਰਾਊਂਡ ਦੀ ਗੱਲ ਕਰਾਂ ਤੇ ਬੱਚੇ ਡਾਟਾ ਸਾਇੰਸ, ਕੰਪਿਊਟਰ ਸਾਇੰਸ, ਹੋਰ ਇੰਜੀਨੀਅਰਿੰਗ ਸਟਰੀਮਸ ਨੇ ਜਿਵੇਂ ਕਿ ਰੋਬੋਟਿਕਸ ਹੈ, ਐਗਰੀਕਲਚਰ ਸਾਇੰਸ ਹੈ, ਐਗਰੀਕਲਚਰ ਇੰਜੀਨੀਅਰਿੰਗ ਹੈ, ਇਹਦੇ ਵਿੱਚ ਜ਼ਿਆਦਾ ਇੰਟਰਸਟ ਸ਼ੋ ਕਰਦੇ ਨੇ। ਕਾਮਰਸ ਬੈਕਗਰਾਊਂਡ ਦੀ ਗੱਲ ਕਰਾਂ ਤੇ ਬੱਚੇ ਮੈਨੇਜਮੈਂਟ ਦੇ ਵਿੱਚ, ਫਾਈਨੈਂਸ ਦੇ ਵਿੱਚ, ਲਾਅ ਦੇ ਵਿੱਚ ਜਾਣਾ ਚਾਹੁੰਦੇ ਨੇ। ਕਈ ਬੱਚੇ ਆਰਕੀਟੈਕਚਰ ਦਾ ਕੋਰਸ ਵੀ ਬਹੁਤ ਪਸੰਦ ਕਰਦੇ ਨੇ।
ਮੈਡੀਕਲ ਬੈਕਗ੍ਰਾਉਂਡ ਦੀ ਗੱਲ ਕਰਾਂ ਤੇ ਨਰਸਿੰਗ 'ਚ ਬੱਚੇ ਬਹੁਤ ਪ੍ਰੈਫਰ ਕਰ ਰਹੇ ਨੇ, ਜਾਂ ਫਿਰ ਅਰਲੀ ਚਾਈਲਡਹੁੱਡ, ਇਹ ਕੁਝ ਕੋਰਸਸ ਨੇ ਜਿਹੜੇ ਕਿ ਪੰਜਾਬ ਦੇ ਮਨਪਸੰਦ ਹੈਗੇ ਨੇ ਬੱਚਿਆਂ ਦੇ। ਜੀ ਅਗਰ ਆਪਾਂ ਪ੍ਰੋਗਰਾਮਸ ਦੀ ਗੱਲ ਕਰਦੇ ਹਾਂ, ਡਿਗਰੀਜ਼ ਦੀ ਵੀ ਗੱਲ ਕਰਦੇ ਹਾਂ ਕਿ ਸਟੂਡੈਂਟਸ ਜਿਸ ਦੇ ਥਰੂ ਜ਼ਿਆਦਾ ਤੋਂ ਜ਼ਿਆਦਾ ਜਿਨ੍ਹਾਂ ਦਾ ਸਕਸੈਸਫੁਲੀ ਸਟੱਡੀ ਵੀਜ਼ਾ ਵੀ ਆਉਂਦਾ, ਉਹ ਜੇ ਪ੍ਰੋਗਰਾਮ ਉਹਨਾਂ ਡਿਗਰੀਜ਼ ਬਾਰੇ ਵੀ ਗੱਲ ਜ਼ਰੂਰ ਕਰਨਾ ਚਾਹਾਂਗੀ। ਉਸ ਤੋਂ ਬਾਅਦ ਵੀ ਢੇਰ ਸਾਰੇ ਸਵਾਲ ਨੇ ਜੋ ਸਟੂਡੈਂਟਸ ਦੇ ਅਸੀਂ ਜ਼ਰੂਰ ਤੁਹਾਡੇ ਤੋਂ ਪੁੱਛਾਂਗੇ ਤਾਂ ਕਿ ਸਟੂਡੈਂਟ ਦੇ ਸਾਰੇ ਸਵਾਲ ਜੋ ਹੈ ਕਲੀਅਰ ਹੋ ਜਾਣ। ਜੀ ਸੋ ਦੱਸਣਾ ਚਾਹਾਂਗਾ ਕਿ ਡਿਪਲੋਮਾ, ਐਡਵਾਂਸ ਡਿਪਲੋਮਾ, ਪੀਜੀ ਡਿਪਲੋਮਾ ਫੋਲੋਡ ਬਾਏ ਤੁਹਾਡੇ ਗ੍ਰੈਜੂਏਟ ਤੇ ਮਾਸਟਰਸ ਪ੍ਰੋਗਰਾਮ ਹੈ ਜਿਹੜੇ ਬੱਚੇ ਜ਼ਿਆਦਾ ਕੋਰਸ ਆਪਟ ਕਰਦੇ ਨੇ। ਇਸ ਤੋਂ ਇਲਾਵਾ ਵੀ ਮੈਂ ਦੱਸਣਾ ਚਾਹਾਂਗਾ ਕਿ ਆਈਡੀਪੀ ਦੀ ਸਿਰਫ ਐਜੂਕੇਸ਼ਨ ਤੋਂ ਇਲਾਵਾ ਵੀ ਜਿਹੜੀ ਅਸੀਂ ਕੰਸਲਟੈਂਸੀ ਪ੍ਰੋਵਾਈਡ ਕਰਦੇ ਹਾਂ, ਸਾਡੇ ਹੋਰ ਸਰਵਿਸਿਜ਼ ਵੀ ਨੇ ਜਿਹੜੇ ਕਿ ਅਵੇਲੇਬਲ ਨੇ। ਜਦ ਤੁਸੀਂ ਸਾਡੇ ਕੋਲ ਅਪਲਾਈ ਕਰਦੇ ਹੋ, ਸਟਾਰਟਿੰਗ ਫਰੋਮ ਇੱਕ ਅੱਛਾ ਕੋਰਸ ਇੰਸਟੀਟਿਊਟ ਦੇ ਬਾਰੇ ਅਸੀਂ ਦੱਸਣ ਤੋਂ ਬਾਅਦ ਅਸੀਂ ਐਪਲੀਕੇਸ਼ਨ ਲੈਂਦੇ ਹਾਂ, ਐਪਲੀਕੇਸ਼ਨ ਤੋਂ ਬਾਅਦ ਅਸੀਂ ਵੀਜ਼ਾ ਪ੍ਰਿਪਰੇਸ਼ਨ ਵੀ ਕਰਾਉਂਦੇ ਹਾਂ ਬੱਚਿਆਂ ਦੀ। ਇਸ ਤੋਂ ਇਲਾਵਾ ਵੀ ਐਕਸਟਰਾ ਸਰਵਿਸਿਜ਼ ਵੀ ਹੈ ਜਿਹੜੀ ਕਿ ਆਈਡੀਪੀ ਪ੍ਰੋਵਾਈਡ ਕਰਦਾ ਹੈ। ਤੁਸੀਂ ਉੱਥੇ ਤੁਹਾਨੂੰ ਕਿੱਦਾਂ ਓਵਰਸੀਜ਼ ਹੈਲਥ ਕਵਰ ਹੈ, ਉਹਦੇ ਬਾਰੇ ਅਕੋਮੋਡੇਸ਼ਨ ਤੁਹਾਨੂੰ ਚਾਹੀਦੀ ਹੈ, ਉਹਦੇ ਬਾਰੇ GIC ਤੁਹਾਨੂੰ ਬਾਰੇ ਅਪਡੇਟ ਜਿਹੜਾ ਹੈ ਉਹ ਆਈਡੀਪੀ ਦਿੰਦਾ ਹੈ। ਈਵਨ ਤੁਸੀਂ ਪ੍ਰੀ ਡਿਪਾਰਚਰ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਇੰਪੋਰਟੈਂਟ ਹੈ, ਜਿਹੜੇ ਕਿ ਆਈਡੀਪੀ ਲਈ ਇੱਕ USP ਹੈ। ਜਿਹੜੇ ਬੱਚੇ ਬਾਹਰ ਜਾਂਦੇ ਉਹਨਾਂ ਨੂੰ ਇਨੀਸ਼ੀਅਲੀ ਕੀ ਚੈਲੰਜਸ ਦਾ ਸਾਹਮਣਾ ਕਰਨਾ ਪਏਗਾ, ਉਹ ਕਿਸ ਤਰੀਕੇ ਨਾਲ ਕਿਹੜੀ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਹੈ, ਕਿੱਥੇ ਜਾਣਾ ਹੈ, ਕਿੱਦਾਂ ਆਉਣਾ ਹੈ, ਉਹ ਸਾਰੀ ਸਰਵਿਸਿਜ਼ ਸਾਡੇ ਔਨਸ਼ੋਰ ਟੀਮ ਹੈ ਜਿਹੜੀ ਅਵੇਲੇਬਲ ਹੈ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਜਿਹੜੀ ਕਿ ਤੁਹਾਨੂੰ ਦੱਸੇਗੀ ਕਿ ਕਦੀ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ 24/7 ਅਵੇਲੇਬਲ ਹੈ। ਸੋ ਆਈਡੀਪੀ ਨਾਟ ਜਸਟ ਤੁਹਾਨੂੰ ਕਾਉਂਸਲਿੰਗ, ਈਵਨ ਪ੍ਰੀ ਡਿਪਾਰਚਰ ਓਰੀਐਂਟੇਸ਼ਨ ਵੀ ਅਸੀਂ ਪ੍ਰੋਵਾਈਡ ਕਰਦੇ ਹੈਗੇ ਹਾਂ। ਜਿੱਦਾਂ ਮੈਂ ਕਿਹਾ ਆਈਡੀਪੀ ਦਾ, ਕਿਉਂਕਿ ਇਹ ਸਾਰੀ ਐਡਵਾਂਟੇजेस ਜਿਹਦੇ ਕਰਕੇ ਸਾਨੂੰ ਇਮੀਡੀਏਟਲੀ ਅਪਲਾਈ ਕਰਨਾ ਚਾਹੀਦਾ ਆਈਡੀਪੀ ਤੋਂ। ਜੀ ਬਿਲਕੁਲ। ਸੋ 50 ਸਾਲ ਪੁਰਾਣੀ ਕੰਪਨੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 50 ਸਾਲਾਂ ਤੋਂ ਇੱਕ ਮਾਹਿਰ ਸਲਾਹ ਦਿੰਦੇ ਆ ਰਹੇ ਨੇ ਸਟੂਡੈਂਟਸ ਨੂੰ। ਸੋ ਜਿਸ ਦੇ ਕਰਕੇ ਕਈ ਸਟੂਡੈਂਟਸ ਜੋ ਆਪਣਾ ਭਵਿੱਖ ਸੁਨਹਿਰਾ ਬਣਾ ਚੁੱਕੇ ਨੇ, ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਨੇ। ਸਰ ਮੈਂ ਜ਼ਰੂਰ ਜਾਣਨਾ ਚਾਹੂੰਗੀ, ਦੇਖੋ 50 ਸਾਲਾਂ ਦਾ ਸਫ਼ਰ, ਇੱਥੇ ਤੱਕ ਪਹੁੰਚਣਾ, ਸਟੂਡੈਂਟਸ ਦਾ ਟਰਸਟ ਰਹਿੰਦਾ ਹੈ ਜਾਂ ਕੰਮ ਬੜੀ ਟਰਾਂਸਪੇਰੈਂਸੀ ਦੇ ਨਾਲ ਹੁੰਦਾ ਤਾਂ ਹੀ ਇੰਨਾ ਲੰਮਾ ਸਫ਼ਰ ਤੈਅ ਹੋ ਪਾਉਂਦਾ ਹੈ। ਸੋ ਕਿੰਨਾ ਕੁ ਫਰਕ ਹੁੰਦਾ ਹੈ ਇੰਨੀ ਪੁਰਾਣੀ ਕੰਪਨੀ ਤੋਂ ਮਾਹਿਰ ਸਲਾਹ ਦੇ ਨਾਲ? ਹਰ ਇੱਕ ਚੀਜ਼ ਤੇ ਜਿੱਥੇ ਫੋਕਸ ਕੀਤਾ ਜਾਂਦਾ ਸਟੂਡੈਂਟ ਉੱਥੋਂ ਅਪਲਾਈ ਕਰਨ, ਜਾਂ ਫਿਰ ਅੱਜ ਕੱਲ੍ਹ ਅਸੀਂ ਜਿਵੇਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਟ੍ਰੈਂਡ ਬਹੁਤ ਹੀ ਜ਼ਿਆਦਾ ਇਮੀਗ੍ਰੇਸ਼ਨ ਕੰਪਨੀਜ਼ ਹੋ ਚੁੱਕੀਆਂ ਨੇ, ਕਿਹੜੀ ਚੀਜ਼ਾਂ ਤੇ ਆ ਕੇ ਫਰਕ ਜ਼ਰੂਰ ਦਿਖਦਾ ਸਟੂਡੈਂਟਸ ਨੂੰ? ਦੇਖੋ, ਸਭ ਤੋਂ ਜਿਹੜੀ ਅੱਛੀ ਗੱਲ ਹੈ ਜਿਹੜੀ ਆਈਡੀਪੀ ਦੀ, ਉਹ ਕਾਫੀ ਟਰਾਂਸਪੇਰੈਂਟ ਪ੍ਰੋਸੈਸ ਹੈ। ਜਿੱਦਾਂ ਮੈਂ ਦੱਸਿਆ, ਸਾਡਾ ਇੱਕ ਸਿਸਟਮ ਹੈ ਜਿਹਨੂੰ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਕਹਿੰਦੇ ਆ। ਅੱਜ ਦੀ ਡੇਟ 'ਚ ਪੂਰਾ ਕੰਟਰੀ ਉਹਦੇ ਤੇ ਚੱਲ ਰਿਹਾ, ਪੂਰਾ ਵਰਲਡ ਉਹਦੇ ਤੇ ਚੱਲ ਰਿਹਾ। ਸਾਡੀ ਇੱਕ ਐਪ ਹੈ ਜਿਹੜੀ ਕਿ ਆਈਡੀਪੀ ਲਾਈਵ ਹੈ, ਰਾਈਟ? ਉਹ ਅਸੀਂ ਐਪਲੀਕੇਸ਼ਨ iOS ਤੇ ਐਂਡਰੋਇਡ ਦੋਨਾਂ 'ਚ ਅਵੇਲੇਬਲ ਹੈ, ਤੁਸੀਂ ਡਾਊਨਲੋਡ ਕਰੋ। ਜਦ ਤੁਸੀਂ ਉਹਦੇ 'ਚ ਆਪਣਾ ਬੇਸਿਕ ਬੈਕਗਰਾਉਂਡ ਪਾਉਂਦੇ ਹੋ, ਤੁਹਾਡੀ ਚੋਇਸਿਸ ਆਪਣੀ ਪਾਉਂਦੇ ਹੋ, ਕਿਸ ਤਰ੍ਹਾਂ ਦੀ ਸਟੱਡੀ ਕਰਨਾ ਚਾਹੁੰਦੇ ਹੋ, AI ਤੁਹਾਨੂੰ ਇੱਕ ਆਪਸ਼ਨਸ ਥਰੋ ਕਰਦੀ ਹੈ, ਰਾਈਟ? ਕਿ ਇਹ ਸਾਰੀ ਆਪਸ਼ਨਸ ਅਵੇਲੇਬਲ ਹੈ ਐਂਡ ਇਟ ਇਜ਼ ਜਸਟ ਨਾਟ ਲਿਮਿਟਡ ਕਿ 4 ਇੰਸਟੀਟਿਊਟ 5 ਇੰਸਟੀਟਿਊਟ, ਜਿੰਨੀ ਤੁਹਾਡੀ ਪ੍ਰੈਫਰੈਂਸ ਤੁਹਾਡੇ ਕੋਰਸ ਦੇ ਹਿਸਾਬ ਨਾਲ, ਤੁਹਾਡੀ ਜਿਹੜੀ ਪ੍ਰਾਇਰ ਐਜੂਕੇਸ਼ਨ ਦੇ ਹਿਸਾਬ ਨਾਲ, ਤੁਹਾਡੀ ਚੋਇਸ ਦੇ ਹਿਸਾਬ ਨਾਲ ਉਹ ਤੁਹਾਨੂੰ ਮੈਕਸਿਮਮ ਕਾਲਜਸ ਇੰਸਟੀਟਿਊਟਸ ਅਪਡੇਟ ਕਰੇਗਾ। ਉਹਦੇ ਤੇ ਹੀ ਅਸੀਂ ਕਾਉਂਸਲਿੰਗ ਬੱਚਿਆਂ ਦੀ ਸਟਾਰਟ ਕਰਦੇ ਹੈਗੇ ਆ। ਔਰ ਜਿਵੇਂ ਮੈਂ ਕਿਹਾ, ਕਿਉਂਕਿ ਹਰ ਇੱਕ ਬੇਸਿਕ ਰਿਕੁਆਇਰਮੈਂਟ ਬੱਚੇ ਦੀ ਉਹਦੇ 'ਚ ਕਵਰ ਹੁੰਦੀ ਹੈ, ਰਾਈਟ? ਸੋ ਉਸ ਤੋਂ ਬਾਅਦ ਅਸੀਂ ਪੂਰਾ ਟਰਾਂਸਪੇਰੈਂਸੀ ਦੇ ਨਾਲ ਬੱਚੇ ਦੇ ਸਾਹਮਣੇ ਹਰ ਇੱਕ ਚੀਜ਼ ਉਹਦੇ ਕੀ ਬੈਸਟ ਕੋਰਸਿਸ ਹੈ ਉਹਨਾਂ ਨੂੰ ਕੰਸਲਟ ਕਰਦੇ ਹੈਗੇ ਆ, ਕਾਉਂਸਲਿੰਗ ਦਿੰਦੇ ਆ, ਇਹਨੂੰ ਅਪਲਾਈ ਕਰਦੇ ਆ। ਇਸੇ ਕਰਕੇ ਸਾਡਾ 90% ਤੋਂ ਪਲੱਸ ਸਾਡਾ ਸਕਸੈਸ ਰੇਟ ਹੈ, ਜਿਹੜਾ ਕਿ ਬੱਚਾ ਸਕਸੈਸਫੁਲੀ ਉੱਥੇ ਜਾ ਕੇ ਪੜ੍ਹ ਸਕਦੇ ਨੇ। ਜੀ ਬਿਲਕੁਲ। ਤੇ ਜਦੋਂ ਸਟੂਡੈਂਟਸ ਪਹੁੰਚਦੇ ਨੇ, ਚਾਹੇ ਆਪਣੇ ਡਾਕੂਮੈਂਟਸ ਲੈ ਕੇ ਆਉਣ, ਪੇਰੈਂਟਸ ਦਾ ਨਾਲ ਹੋਣਾ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਇੱਕ ਫਾਈਨਲ ਡਿਸੀਜਨ ਲੈਣ ਦੇ ਲਈ? ਇਹ ਬਹੁਤ ਵੱਡਾ ਡਿਸੀਜਨ ਹੈ ਐਂਡ ਜਿਹਦੇ ਕਰਕੇ ਆਈ ਥਿੰਕ ਹਰ ਪੇਰੈਂਟ ਲਈ, ਅਸੀਂ ਵੀ ਪੇਰੈਂਟ ਹੈਗੇ ਹਾਂ ਸਾਡੇ ਬੱਚਿਆਂ ਲਈ ਕੀ, ਸੋ ਅਸੀਂ ਦੇਖਦੇ ਹਾਂ ਮੈਕਸਿਮਮ ਪੇਰੈਂਟਸ, ਕਿਉਂਕਿ ਇੱਕ ਬੜਾ ਵੱਡਾ ਡਿਸੀਜਨ ਹੈ ਲਾਈਫ ਦਾ, ਮੈਕਸਿਮਮ ਪੇਰੈਂਟਸ ਨਾਲ ਆਉਂਦੇ ਨੇ ਔਰ ਦੇ ਆਰ ਆਲਸੋ ਮੋਸਟ ਵੈਲਕਮ। ਉਹ ਸਾਡੇ ਦਫ਼ਤਰ ਆਉਂਦੇ ਨੇ, ਕਾਉਂਸਲਿੰਗ ਲੈਂਦੇ ਨੇ ਬੱਚੇ ਰਿਲੇਟਡ, ਔਰ ਪੂਰੀ ਜਰਨੀ ਦਾ ਪਾਰਟ ਉਹ ਬਣਦੇ ਨੇ। ਜੀ ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਜ਼ਰੂਰ ਜੋ ਹੈ ਟਾਈਮਲੀ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰ ਸਕਦੇ ਹੋ। 9 ਬ੍ਰਾਂਚਾਂ ਨੇ ਪੂਰੇ ਪੰਜਾਬ ਦੇ ਵਿੱਚ, ਜਿੱਥੇ ਤੁਹਾਨੂੰ ਨੇੜੇ ਲੱਗੇ। ਟਾਈਮਲੀ ਜੋ ਹੈ ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਆਓ, ਡਾਕੂਮੈਂਟਸ ਵੀ ਨਾਲ ਲੈ ਕੇ ਆਓ, ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਹੋਵੇ ਤੇ ਤੁਹਾਨੂੰ ਸਹੀ ਡਿਸੀਜਨ ਲੈਣ ਦੇ ਵਿੱਚ ਸਹੂਲਤ ਹੋ ਸਕੇ। ਤੇ ਸਰ ਜਿਵੇਂ ਆਪਾਂ ਦੇਖਦੇ ਹਾਂ ਕਿ ਚਲੋ ਫਰੈਸ਼ ਪ੍ਰੋਫਾਈਲਸ ਨੇ, ਉਹਨਾਂ ਲਈ ਤਾਂ ਬਹੁਤ ਸਾਰੀ ਆਪਸ਼ਨਸ ਹੁੰਦੀਆਂ, ਪਰ ਜਿਹੜੀ ਪ੍ਰੋਫਾਈਲਸ ਜਿਨ੍ਹਾਂ ਦੇ ਵਿੱਚ ਗੈਪ ਆ ਚੁੱਕਿਆ ਹੈ ਜਾਂ ਫਿਰ ਥੋੜੀ ਆਪਾਂ ਕਹਿ ਸਕਦੇ ਹਾਂ ਵੀਕ ਪ੍ਰੋਫਾਈਲ ਹੋ ਚੁੱਕੀ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ, ਕਿਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਡਿਸੀਜਨ ਲੈਣਾ ਚਾਹੀਦਾ ਹੈ? ਦੇਖੋ, ਬਹੁਤ ਸਾਰੀ ਆਪਸ਼ਨਸ ਅਵੇਲੇਬਲ ਨੇ ਬੱਚਿਆਂ ਲਈ। ਵੀਕ ਪ੍ਰੋਫਾਈਲ ਤੇ ਨਹੀਂ, ਆਈ ਥਿੰਕ ਬੈਟਰ ਹੈ ਕਿ ਉਹਨਾਂ ਦਾ ਪ੍ਰੋਫਾਈਲ ਐਕਚੁਅਲ ਕੀ ਹੈ, ਉਹਨਾਂ ਦੀ ਬੈਕਗਰਾਉਂਡ ਕੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਬੈਕਗਰਾਉਂਡ ਦੇ ਹਿਸਾਬ ਨਾਲ, ਭਾਵੇਂ ਉਹ ਗੈਪ ਹੈ ਜਾਂ ਉਹਨਾਂ ਦੇ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ, ਜਿਸ ਤਰੀਕੇ ਨਾਲ ਹਰ ਤਰ੍ਹਾਂ ਦੇ ਇੰਸਟੀਟਿਊਟਸ ਅਵੇਲੇਬਲ ਨੇ। ਓਕੇ, ਜੀ ਹਰ ਤਰ੍ਹਾਂ ਦੇ ਇੰਸਟੀਟਿਊਟ ਅਵੇਲੇਬਲ ਹੈ। ਸੋ ਇਹਦਾ ਮਤਲਬ ਕਿ
ਔਰ ਮੈਂ ਵੀ ਦੱਸਣਾ ਚਾਹਾਂਗਾ ਸਾਡੇ ਜਿਹੜੇ ਕਾਉਂਸਲਰਸ ਨੇ ਕਾਫੀ ਸਮਾਰਟ ਨੇ, ਦੇ ਆਰ ਵੈਲ ਐਜੂਕੇਟਡ, ਸਰਟੀਫਾਈਡ, ਉਹਨਾਂ ਦੀ ਬੈਕਗਰਾਉਂਡ ਵੈਲ ਐਕਸਪੀਰੀਅੰਸ। ਸੋ ਤੁਹਾਨੂੰ ਜਿੱਦਾਂ ਦੀ ਕੰਸਲਟੈਂਸੀ ਦੇਣਗੇ, ਅਗਰ ਆਈ ਥਿੰਕ ਉਹਨਾਂ ਨੂੰ ਪੋਜ਼ਿਟਿਵਲੀ ਫੋਲੋ ਕੀਤਾ ਜਾਵੇ, ਦੈਨ ਤੁਹਾਡੀ ਜਿਹੜੀ ਚੋਇਸ ਹੈ, ਜਿਹੜਾ ਤੁਹਾਡਾ ਡ੍ਰੀਮ ਹੈ, ਉਹ ਤੁਸੀਂ ਪੂਰਾ ਕਰ ਸਕਦੇ ਹੋ। ਜੀ 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 ਬਿਲਕੁਲ। ਤੇ ਜਦੋਂ ਕੈਨੇਡਾ ਦੀ ਸਰ ਗੱਲ ਕਰਦੇ ਆ ਨਾ, ਐਸਓਪੀ ਦਾ ਬਹੁਤ ਅਹਿਮ ਰੋਲ ਹੈ, ਅਸੀਂ ਸਾਰੇ ਜਾਣਦੇ ਆ, ਪਰ ਕਈ ਵਾਰੀ ਹੁੰਦਾ ਕਿ ਕੁਝ ਸਟੂਡੈਂਟਸ ਜਦੋਂ ਐਸਓਪੀ ਲਿਖੀ ਜਾਂਦੀ ਹੈ ਕੰਸਲਟੈਂਟਸ ਵੱਲੋਂ, ਸਟੂਡੈਂਟਸ ਨੂੰ ਪਤਾ ਹੀ ਨਹੀਂ ਹੁੰਦਾ, ਅਵੇਅਰ ਹੀ ਨਹੀਂ ਹੁੰਦੇ ਹੋ ਕਿ ਉਹਦੇ ਵਿੱਚ ਲਿਖਿਆ ਕੀ ਗਿਆ। ਸੋ ਕਈ ਕੰਸਲਟੈਂਟਸ ਕਹਿੰਦੇ ਨੇ ਕਿ ਸਟੂਡੈਂਟ ਨੂੰ ਖੁਦ ਐਸਓਪੀ ਲਿਖਣੀ ਚਾਹੀਦੀ ਹੈ, ਸਟੂਡੈਂਟਸ ਘਬਰਾਉਂਦੇ ਵੀ ਨੇ ਖੁਦ ਐਸਓਪੀ ਲਿਖਣ ਦੇ ਵਿੱਚ। ਕੀ ਐਕਚੁਅਲ ਪ੍ਰੋਸੀਜਰ ਹੋਣਾ ਚਾਹੀਦਾ ਐਸਓਪੀ ਦੇ ਲਈ, ਕਿਉਂਕਿ ਕੈਨੇਡਾ ਦੇ ਲਈ ਐਸਓਪੀ ਹੀ ਇੱਕ ਬੈਕਬੋਨ ਮੰਨੀ ਜਾਂਦੀ ਹੈ, ਸਟਰੋਂਗ ਹੋਏਗੀ ਤਾਂ ਵੀਜ਼ਾ ਸਕਸੈਸ ਰੇਟ ਵੀ ਵਧੀਆ ਹੁੰਦਾ ਹੈ। ਮੈਂ ਦੱਸਣਾ ਚਾਹਾਂਗਾ ਕਿ ਦੇਖੋ ਇਹ ਇੰਗਲਿਸ਼ ਸਪੀਕਿੰਗ ਕੰਟਰੀਜ਼ ਹੈਗੀਆਂ, ਰਾਈਟ, ਜਿਹੜੀ 6 ਕੰਟਰੀਜ਼ ਅਸੀਂ ਡੀਲ ਕਰਦੇ ਹੈਗੇ ਆ। ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਤੁਹਾਡੀ ਬੈਸਟ ਹੋਣੀ ਚਾਹੀਦੀ ਹੈ, ਰਾਈਟ। ਜਦ ਤੁਸੀਂ ਪ੍ਰੋਫੀਸ਼ੀਐਂਟ ਹੋ, ਤੁਸੀਂ ਆਇਲਸ ਦਾ ਕੋਰਸ ਕੀਤਾ, ਐਗਜ਼ਾਮ ਦਿੱਤਾ, ਸਕਸੈਸਫੁਲੀ ਪਾਸਡ ਹੋ, ਔਰ ਉਹਦੇ ਬੇਸਿਸ ਤੇ ਤੁਹਾਡੀ ਤੁਸੀਂ ਆਪਣਾ ਐਪਲੀਕੇਸ਼ਨ ਲਗਾਉਂਦੇ ਹੋ, ਰਾਈਟ। ਸੋ ਤੁਸੀਂ ਜਦ ਇੰਨਾ ਸਭ ਕਰ ਲਿਆ ਹੈ, then I think SOP is just a part ਜਿਹਦੇ 'ਚ ਤੁਸੀਂ ਆਪਣੇ ਆਪ ਦੇ ਬਾਰੇ ਦੱਸਣਾ ਹੈ ਕਿ ਤੁਸੀਂ ਕਿਉਂ ਬਾਹਰ ਪੜ੍ਹਨਾ ਚਾਹੁੰਦੇ ਹੋ, ਤੁਹਾਡੀ ਬੈਕਗਰਾਉਂਡ ਕੀ ਸੀ, ਤੁਸੀਂ ਤੁਹਾਡੀ ਫੈਮਿਲੀ 'ਚ ਕੌਣ ਹੈ। ਤੇ ਅਗਰ ਆਪ ਸਾਨੂੰ ਇੰਨੀ ਪਰਫੈਕਟਲੀ ਨੌਲੇਜ ਹੈ ਆਪਣੇ ਬਾਰੇ ਤੇ ਐਕਸਪ੍ਰੈਸ ਕਰਨਾ ਆਈ ਡੋਂਟ ਥਿੰਕ ਸੋ ਕੋਈ ਮੁਸ਼ਕਿਲ ਹੈ। ਅਸੀਂ ਇਹੀ ਸੁਜੈਸਟ ਕਰਦੇ ਹਾਂ ਕਿ ਬੱਚਾ ਖੁਦ ਆਪਣੀ SOP ਜਿਹੜੀ ਹੈ ਉਹ ਲਿਖੇ, ਆਪਣੇ ਬਾਰੇ ਦੱਸੇ। ਉਹਦੇ ਨਾਲ ਇੱਕ ਜਿਹੜਾ ਇੱਕ ਨੈਚੁਰਲ ਫਲੇਵਰ ਮੈਂ ਕਹਿ ਦਾਂਗਾ, ਇੱਕ ਨੈਚੁਰਲ ਜਿਹੜੀ ਅੰਡਰਸਟੈਂਡਿੰਗ ਉਸ ਬੱਚੇ ਦੀ ਪ੍ਰੋਫਾਈਲ ਦੀ ਆਉਂਦੀ ਹੈ, ਉਹ ਬਹੁਤ ਵਧੀਆ ਆਉਂਦੀ ਹੈ, ਜਿਹੜਾ ਕਿ ਆਈ ਥਿੰਕ ਜ਼ਿਆਦਾ ਐਕਸੈਪਟੇਬਲ ਵੀ ਹੈਗਾ। ਬਿਲਕੁਲ ਬਿਲਕੁਲ ਸਹੀ ਕਿਹਾ, ਕਿਉਂਕਿ ਕੱਲ ਨੂੰ ਅੱਗੇ ਜਾ ਕੇ ਵੀ ਅਗਰ ਕੋਈ ਸਵਾਲ ਕੀਤਾ ਜਾਂਦਾ ਸਟੂਡੈਂਟ ਨੂੰ, ਤਾਂ ਸਟੂਡੈਂਟ ਨੂੰ ਪਤਾ ਹੁੰਦਾ ਕਿ ਮੇਰੀ ਐਸਓਪੀ ਦੇ ਵਿੱਚ ਕੀ ਹੈ, ਕਿਉਂਕਿ ਮੋਸਟਲੀ ਕਈ ਵਾਰੀ ਇਹ ਹੁੰਦਾ ਕਿ ਸਟੂਡੈਂਟ ਨੂੰ ਪਤਾ ਨਹੀਂ ਹੁੰਦਾ, ਜਿਸ ਕਰਕੇ ਉਹਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਆਸਟ੍ਰੇਲੀਆ ਦਾ ਥੋੜਾ ਸਵਾਲ ਕਰਨਾ ਚਾਹੂੰਗੀ ਸਰ। ਮੋਸਟਲੀ ਸਾਡੇ ਕੋਲ ਸਵਾਲ ਆਉਂਦਾ ਸਟੂਡੈਂਟਸ ਦਾ ਕਿ ਸਟੱਡੀ ਵੀਜ਼ਾ ਤਾਂ ਹੋ ਜਾਂਦਾ, ਇਟਸ ਓਕੇ, ਲੇਕਿਨ ਕੱਲ ਨੂੰ ਆਸਟ੍ਰੇਲੀਆ ਪੀਆਰ 'ਚ ਬੜੀ ਦਿੱਕਤ ਆਉਂਦੀ ਹੈ। ਕਿ ਵਾਕਈ ਇਹ ਸੱਚ ਹੈ ਆਸਟ੍ਰੇਲੀਆ ਪੀਆਰ ਥੋੜੀ ਮੁਸ਼ਕਿਲ ਹੈ? ਦੇਖੋ ਇਹ ਸਾਰਾ ਡਿਪੈਂਡ ਕਰਦਾ ਐਮਬੈਸੀ ਦੇ ਉੱਤੇ, ਤੁਹਾਡੀ ਕੀ ਐਜੂਕੇਸ਼ਨ, ਕਿਸ ਤਰੀਕੇ ਨਾਲ ਤੁਸੀਂ ਉੱਥੇ ਪੜ੍ਹਾਈ ਕੀਤੀ ਹੈ। ਮੈਂ ਇਹੀ ਸੁਜੈਸਟ ਕਰਾਂਗਾ ਜਿਹੜੇ ਬੱਚੇ ਉੱਥੇ ਪੜ੍ਹਨ ਲਈ ਜਾ ਰਹੇ ਨੇ, ਉਹ ਆਪਣਾ ਕੋਰਸ ਜਿਹੜਾ ਹੈ ਬਹੁਤ ਅੱਛੇ ਤਰੀਕੇ ਨਾਲ ਕਰਨ, ਅੱਛੇ ਮਾਰਕਸ ਦੇ ਨਾਲ ਪਾਸ ਹੋਣ। ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਕਿ ਪੋਸਟ ਸਟੱਡੀ ਵਰਕ ਰਾਈਟਸ ਹੈਗੇ, ਤੁਸੀਂ ਉਹ ਕਰੋ। ਅਗਰ ਇਹ ਸਾਰੀ ਚੀਜ਼ਾਂ ਤੁਸੀਂ ਬਿਲਕੁਲ ਪਰਫੈਕਟਲੀ ਕਰਦੇ ਹੋ, ਦੈਨ ਡੈਫੀਨੇਟਲੀ ਤੁਹਾਡੇ ਜਿਹੜੇ ਆਪਸ਼ਨਸ ਨੇ ਉਹ ਬੈਟਰ ਹੋਣਗੀਆਂ। ਵੀਜ਼ਾ ਬੇਸ ਜਿਹੜਾ ਕਿ ਟੈਂਪਰੇਰੀ ਜਾਂ ਪੜ੍ਹਾਈ ਨਹੀਂ ਕਰ ਰਿਹਾ, ਉਹ ਆਬਵੀਅਸਲੀ ਕੋਈ ਵੀ ਕੰਟਰੀ ਜਿਹੜੀ ਹੈ ਉਹ ਐਂਟਰਟੇਨ ਨਹੀਂ ਕਰੇਗੀ। ਮੈਂ ਇਹ ਕਹਾਂਗਾ ਕਿ ਅਗਰ ਪੜ੍ਹਨ ਜਾ ਰਹੇ ਹਾਂ ਤਾਂ ਆਪਾਂ ਉੱਥੇ ਪੜ੍ਹਾਈ ਕਰੀਏ। ਔਰ ਜੀ 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 ਬਿਲਕੁਲ। ਇੱਕ ਸਵਾਲ ਯੂਕੇ ਨੂੰ ਲੈ ਕੇ, ਕਈ ਹਲੇ ਵੀ ਪ੍ਰਮੋਟ ਕਰਦੇ ਨੇ ਕਿ ਯੂਕੇ ਵਿਦਆਊਟ ਆਇਲਸ ਕਰ ਸਕਦੇ ਆ। ਕੀ ਇਹ ਵਾਕਈ ਅੱਜ ਦੇ ਟਾਈਮ ਵਿੱਚ ਸੱਚ ਹੈ, ਯੂਕੇ ਵਿਦਆਊਟ ਆਇਲਸ ਅਪਲਾਈ ਕੀਤਾ ਜਾ ਸਕਦਾ ਹੈ? ਦੇਖੋ ਆਇਲਸ ਦੇ ਬਹੁਤ ਬੈਨੀਫਿਟ ਹੈਗੇ ਹੈ। ਆਇਲਸ ਦਾ ਇੱਕ ਤਾਂ ਤੁਹਾਡੀ ਇੰਗਲਿਸ਼ ਪ੍ਰੋਫੀਸ਼ੀਐਂਸੀ ਜਿੱਦਾਂ ਮੈਂ ਕਿਹਾ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇੰਗਲਿਸ਼ ਸਪੀਕਿੰਗ, ਤੁਸੀਂ ਸੁਣਨਾ ਇੰਗਲਿਸ਼ ਹੈ, ਤੁਸੀਂ ਬੋਲਣਾ ਇੰਗਲਿਸ਼ ਹੈ, ਤੁਸੀਂ ਲਿਖਣਾ ਇੰਗਲਿਸ਼ ਹੈ, ਤੇ ਫਿਰ ਆਪਾਂ ਉਸ ਚੀਜ਼ ਤੋਂ ਅਜੇ ਹੀ ਡਰਾਂਗੇ ਤੇ ਉੱਥੇ ਜਾ ਕੇ ਕੀ ਕਰਾਂਗੇ। ਬਿਲਕੁਲ ਬਿਲਕੁਲ। ਦੂਸਰਾ ਤੁਹਾਡੀ ਇੰਟਰਵਿਊ ਹੈ, ਤੁਸੀਂ ਉਹ ਕਲੀਅਰ ਕਰਨੀ ਹੈ। ਕਾਫੀ ਚੀਜ਼ਾਂ ਹੈ ਜਿਹੜੀ ਕਿ ਆਇਲਸ ਦੇ ਬੇਸਿਸ ਤੇ, ਇੰਗਲਿਸ਼ ਸਪੀਕਿੰਗ ਦੇ ਬੇਸਿਸ ਤੇ ਤੁਹਾਨੂੰ ਬਹੁਤ ਇੰਪੋਰਟੈਂਟਲੀ ਚਾਹੀਦੀ ਹੈ। ਮੈਂ ਸੁਜੈਸਟ ਇਹੀ ਕਰਾਂਗਾ ਕਿ ਤੁਸੀਂ ਆਇਲਸ ਦਾ ਨਾਲ ਕਰਕੇ ਫਾਈਲ ਕਰੋ। ਆਈ ਥਿੰਕ ਉਹ ਜ਼ਿਆਦਾ ਬੈਟਰ ਹੈ ਰੈਦਰ ਦੈਨ ਵਿਦਆਊਟ ਆਇਲਸ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਿਰਫ ਅਪਲਾਈ ਨਹੀਂ ਕਰਨਾ, ਮੇਨ ਮੋਟਿਵ ਤਾਂ ਹੁੰਦਾ ਕਿ ਤੁਹਾਡਾ ਸਟੱਡੀ ਵੀਜ਼ਾ ਹੱਥ ਵਿੱਚ ਆਏ। ਸੋ ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਤੁਸੀਂ ਰੱਖਿਆ ਕਰੋ। ਕਿ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਕੁਝ ਐਡ ਕਰਨਾ ਚਾਹ ਰਿਹਾ ਕਿ ਤੁਸੀਂ ਵਰਲਡ ਮਾਰਕੀਟ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਹੇ ਹੋ, ਇਹ ਗੱਲ ਸਮਝੋ, ਕਿਉਂਕਿ ਗਲੋਬਲੀ ਤੁਹਾਡੀ ਐਕਸੈਪਟੈਂਸ ਹੋਏਗੀ। ਕਿਉਂਕਿ ਇਹ ਜਿੰਨੀ ਟੌਪ ਯੂਨੀਵਰਸਿਟੀ ਜਾਂ ਤੁਸੀਂ ਪੜ੍ਹਨ ਜਾਂਦੇ ਹੋ, ਤੁਸੀਂ ਇੱਕ ਵਾਰੀ ਸਕਸੈਸਫੁਲੀ ਪਾਸ ਹੋ ਗਏ, ਆਪਣੇ ਆਪ ਨੂੰ ਉੱਥੇ ਸਿੱਖ ਲਿਆ, ਉਦਾਂ ਦੀ ਐਜੂਕੇਸ਼ਨ ਜਿਹੜੀ ਤੁਸੀਂ ਲੈਣਾ ਚਾਹੁੰਦੇ ਹੋ ਉਹ ਤੁਸੀਂ ਲੈ ਲਈ, ਤੇ ਵਰਲਡ ਮਾਰਕੀਟ ਤੁਹਾਨੂੰ ਬੁਲਾਏਗੀ। ਤੇ ਤੁਹਾਡੇ ਲਈ ਬੇਸਿਕ ਪ੍ਰੋਫੀਸ਼ੀਐਂਸੀ ਇੰਗਲਿਸ਼ ਰਿਲੇਟਡ ਆਈ ਥਿੰਕ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਤੁਸੀਂ ਐਕਸੈਪਟੇਬਲ ਹੋਗੇ ਵਰਲਡ ਮਾਰਕੀਟ। ਬਿਲਕੁਲ ਬਹੁਤ ਚੰਗੀ ਸੋਹਣੀ ਗੱਲ ਤੁਸੀਂ ਕੀਤੀ ਹੈ, ਕਿਉਂਕਿ ਸਟੂਡੈਂਟਸ ਜਾਣਾ ਵੀ ਇੰਗਲਿਸ਼ ਕੰਟਰੀਜ਼ ਵਿੱਚ ਜਾਂਦੇ ਨੇ, ਪਰ ਘਬਰਾਉਂਦੇ ਵੀ ਇੰਗਲਿਸ਼ ਤੋਂ ਹੀ ਨੇ। ਸੋ ਜਿਸ ਕੰਟਰੀ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਉੱਥੋਂ ਦੀ ਲੈਂਗੁਏਜ ਦੇ ਉੱਪਰ ਤਾਂ ਤੁਹਾਡੀ ਕਮਾਂਡ ਹੋਣੀ ਹੀ ਚਾਹੀਦੀ ਹੈ। ਥੋੜਾ ਟਾਈਮ ਭਾਵੇਂ ਲੱਗੇ, ਪਰ ਜ਼ਰੂਰ ਆਪਣੀ ਕਮਿਊਨੀਕੇਸ਼ਨ ਸਕਿੱਲਸ ਨੂੰ ਸਟਰੋਂਗ ਰੱਖੋ ਔਰ ਇੰਗਲਿਸ਼ ਤੋਂ ਘਬਰਾਓ ਨਾ। ਔਰ ਕੌਨਫੀਡੈਂਸ ਦੇ ਨਾਲ ਜੋ ਹੈ ਜਦੋਂ ਤੁਸੀਂ ਉੱਥੇ ਜਾਂਦੇ ਹੋ ਕਿਸੇ ਵੀ ਕੰਟਰੀ, ਚਾਹੇ ਆਪਾਂ ਕੈਨੇਡਾ, ਯੂਕੇ, ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਜੇਕਰ ਤੁਹਾਡੀ ਲੈਂਗੁਏਜ ਤੇ ਕਮਾਂਡ ਵਧੀਆ ਹੋਏਗੀ ਤਾਂ ਤੁਹਾਡੇ ਕੋਲ ਕੰਮ ਕਰਨ ਦੇ, ਅੱਗੇ ਵਧਣ ਦੇ ਬਹੁਤ ਸਾਰੇ ਮੌਕੇ ਹੁੰਦੇ ਨੇ। ਨਹੀਂ ਤਾਂ ਤੁਸੀਂ ਘਬਰਾਉਂਦੇ ਆਪਣੇ ਆਪ ਨੂੰ ਇੱਕ ਥਾਂ ਤੇ ਹੀ ਸਟ੍ਰਿਕਟ ਕਰ ਲੋਗੇ, ਸੋ ਜੋ ਕਿ ਤੁਹਾਡੇ ਖੁਦ ਦੇ ਫਿਊਚਰ ਲਈ ਚੰਗੀ ਗੱਲ ਨਹੀਂ ਹੈ। ਤੇ ਸਰ ਮੈਂ ਇੱਥੇ ਜਾਣਨਾ ਚਾਹੂੰਗੀ, ਮੋਸਟ ਆਫ ਸਟੂਡੈਂਟ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਤਾਂ ਉਹਨਾਂ ਕੋਲ ਜ਼ਿਆਦਾਤਰ ਕੁਐਰੀਜ਼ ਕੈਨੇਡਾ, ਯੂਕੇ, ਆਸਟ੍ਰੇਲੀਆ ਨੂੰ ਲੈ ਕੇ ਕੀ ਹੁੰਦੀ ਹੈ? ਕਿਉਂਕਿ ਅੱਜ ਕੱਲ੍ਹ ਅਸੀਂ ਵੀ ਦੇਖ ਰਹੇ ਹਾਂ ਕਿ ਪ੍ਰੋਸੈਸਿੰਗ ਟਾਈਮ ਪਿੱਛੇ ਜ਼ਿਆਦਾ ਚੱਲ ਰਿਹਾ ਸੀ ਕੈਨੇਡਾ ਦਾ, ਆਸਟ੍ਰੇਲੀਆ ਦਾ। ਮੋਸਟਲੀ ਅਸੀਂ ਹੁਣ ਇਹ ਵੀ ਸੁਣਨ ਨੂੰ ਆਇਆ ਕਿ ਕੈਨੇਡਾ ਦੇ ਰਿਫਿਊਜ਼ਲਸ ਵੀ ਆ ਰਹੇ ਆ ਚੰਗੀ ਪ੍ਰੋਫਾਈਲਸ ਦੇ ਉੱਪਰ। ਸੋ ਕਿਸ ਤਰ੍ਹਾਂ ਦੇ ਸਵਾਲ ਜਾਂ ਕਿਸ ਤਰ੍ਹਾਂ ਦਾ ਡਰ ਸਟੂਡੈਂਟਸ ਵਿੱਚ ਦਿਖ ਰਿਹਾ ਹਾਲੇ ਵੀ?
ਦੇਖिए ਮੈਂ ਬਹੁਤ ਹੀ ਜ਼ਿਆਦਾ ਟਰਾਂਸਪੇਰੈਂਟ ਪ੍ਰੋਸੈਸ ਹੈਗਾ ਹੈ, ਜਿਵੇਂ ਮੈਂ ਪਹਿਲੇ ਵੀ ਤੁਹਾਨੂੰ ਇਹ ਗੱਲ ਕਹੀ ਹੈ ਜੀ। ਸਕਸੈਸ ਰੇਟ ਦੀ ਵੀ ਆਪਾਂ ਗੱਲ ਕੀਤੀ ਹੈ ਕਿ ਕਾਫੀ ਜ਼ਿਆਦਾ ਸਕਸੈਸ ਰੇਟ ਆਲਮੋਸਟ 90% ਪਲੱਸ ਸਕਸੈਸ ਰੇਟ ਹੈ ਜਿਹੜਾ ਅਸੀਂ ਕਰਦੇ ਹੈਗੇ ਕਾਉਂਸਲਿੰਗ ਕਰਦੇ ਹੈਗੇ ਆ ਜੀ। ਤੇ ਇਟਸੈਲਫ ਜਿਹਨੂੰ ਕਹਿੰਦੇ ਨਾ ਟੈਸਟਮਨ ਹੈ, ਇਹ ਆਲਰੇਡੀ ਟੈਸਟਮਨੀ ਹੈ ਕਿ ਜਿਹੜਾ ਪ੍ਰੋਸੈਸ ਅਸੀਂ ਫੋਲੋ ਕਰ ਰਹੇ ਹਾਂ ਉਹ ਬਿਲਕੁਲ ਪਰਫੈਕਟ ਹੈਗਾ। ਜਦ ਤੁਹਾਨੂੰ ਜਿਹੜੇ ਕੋਰਸ ਆਪਸ਼ਨਸ ਅਸੀਂ ਦਿੱਤੀਆਂ, ਜਿਹੜੇ ਇੰਸਟੀਟਿਊਟਸ ਤੁਸੀਂ ਅਪਲਾਈ ਕਰ ਰਹੇ ਹੋ, ਉਹ ਤੁਹਾਡੀ ਬੇਸਿਕ ਐਜੂਕੇਸ਼ਨ ਚੋਇਸ ਦੇ ਹਿਸਾਬ ਨਾਲ ਬੈਠ ਰਹੀ ਹੈ। ਤੁਹਾਡੀ ਐਸਓਪੀ ਜਿਹੜੀ ਉਹ ਤੁਸੀਂ ਖੁਦ ਅੱਛੇ ਤਰੀਕੇ ਨਾਲ ਲਿਖੀ ਹੈ। ਤੁਸੀਂ ਆਇਲਸ ਦਾ ਐਗਜ਼ਾਮੀਨੇਸ਼ਨ ਪ੍ਰੋਪਰ ਤਰੀਕੇ ਨਾਲ ਅੱਛੇ ਤੁਹਾਡੇ ਬੈਂਡਸ ਹੈਗੇ ਨੇ, ਤੇ ਆਈ ਡੋਨਟ ਥਿੰਕ ਸੋ ਕਿ ਹੋਰ ਕੋਈ ਪੋਸਿਬਿਲਿਟੀ ਹੈ ਕੰਸੂਲੇਟਲੀ ਕਿ ਤੁਹਾਡਾ ਉਹ ਉਹਨੂੰ ਰਿਜੈਕਟ ਕਰੇ। ਜਿਹਦੇ ਕਰਕੇ ਆਈ ਥਿੰਕ ਜਿੰਨੀ ਅਸੀਂ ਪੋਜ਼ਿਟਿਵ ਉਹੀ ਕਾਉਂਸਲਿੰਗ ਹੈ ਰਾਈਟ, ਅਸੀਂ ਇਸੇ ਤਰੀਕੇ ਨਾਲ ਬੱਚਿਆਂ ਨੂੰ ਡਿਵੈਲਪ ਕਰਦੇ ਹਾਂ, ਸਮਝਾਉਂਦੇ ਹਾਂ, ਔਰ ਡੇ 1 ਜਿਸ ਤਰ੍ਹਾਂ ਬੱਚੇ ਸਾਨੂੰ ਫੋਲੋ ਕਰਦੇ ਉਹਦੇ ਨਾਲ ਉਹਨਾਂ ਨੂੰ ਰਿਜ਼ਲਟਸ ਕਾਫੀ ਅੱਛੇ ਮਿਲ ਰਹੇ ਨੇ। ਜੀ। ਤੇ ਇਸ ਟਾਈਮ ਤੇ ਹੁਣ ਕਿਊਬਿਕ ਲਈ ਅਪਲਾਈ ਕਰਨਾ ਚਾਹੀਦਾ ਹੈ ਕਿ ਨਹੀਂ, ਕਿਉਂਕਿ ਉਹ ਵੀ ਬਹੁਤ ਵੱਡਾ ਸਵਾਲ ਸਟੂਡੈਂਟਸ ਦਾ ਸਮਝ ਨਹੀਂ ਪਾ ਰਹੇ ਕਿ ਜੇ ਅਸੀਂ ਹੁਣ ਅਪਲਾਈ ਕਰਾਂਗੇ ਨਾ ਹੋਵੇ ਕੱਲ ਨੂੰ ਜਦੋਂ 2023 ਸਤੰਬਰ ਚ ਰੂਲ ਚੇਂਜ ਹੋਣਗੇ ਸਾਡੇ ਤੇ ਵੀ ਕੋਈ ਫਰਕ ਪਏ। ਸੋ ਡਿਸੀਜਨ ਨਹੀਂ ਲੈ ਪਾ ਰਹੇ ਸਟੂਡੈਂਟ, ਤੁਸੀਂ ਕੀ ਕਹੋਗੇ, ਕੀ ਸਲਾਹ ਦਿੰਦੇ ਹੋ ਸਟੂਡੈਂਟਸ ਨੂੰ, ਉਹਨਾਂ ਨੂੰ ਕਿਸ ਤਰੀਕੇ ਨਾਲ ਡਿਸੀਜਨ ਲੈਣਾ ਚਾਹੀਦਾ ਹੈ? ਕਿਊਬੈਕ ਦੇ ਸਟੂਡੈਂਟਸ ਲਈ ਜਾਂ ਕਿਊਬੈਕ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ, ਡੈਫੀਨੇਟਲੀ ਰੂਲ ਚੇਂਜ ਹੋਇਆ ਪੋਸਟ ਸਟੱਡੀ ਵਰਕ ਰਾਈਟਸ ਨੂੰ ਲੈ ਕੇ, ਤੇ ਉਹ ਜਿਵੇਂ ਬੱਚਿਆਂ ਦੀ ਚੋਇਸ ਹੈਗੀ, ਪੇਰੈਂਟਸ ਦੀ ਚੋਇਸ ਹੈ, ਉਹ ਕਿਸ ਤਰੀਕੇ ਨਾਲ ਉਹਨੂੰ ਪਰਸਿਊ ਕਰਨਾ ਚਾਹੁੰਦੇ, ਬਟ ਇਫ देयर इज अ ਚੋਇਸ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਜਿਹੜੇ ਬੈਸਟ ਇੰਸਟੀਟਿਊਟਸ ਅਵੇਲੇਬਲ ਨੇ ਕਿਊਬੈਕ ਦੇ ਵਿੱਚ। ਜੀ 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 ਬਿਲਕੁਲ। ਸੋ ਤੁਸੀਂ ਵੀ ਜ਼ਰੂਰ, ਅਗਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੋਵੇ, ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਹੈ, ਇਸ ਨੰਬਰ ਨੂੰ ਨੋਟ ਕਰ ਲਓ। ਆਈਡੀਪੀ ਕੰਪਨੀ ਦੀ ਟੀਮ ਦੇ ਨਾਲ ਰਾਬਤਾ ਕਾਇਮ ਤੁਸੀਂ ਕਰ ਸਕਦੇ ਹੋ। ਸੋ ਇਸ ਨੰਬਰ ਦੇ ਉੱਪਰ ਤੁਸੀਂ ਸਲਾਹ ਕਰ ਸਕਦੇ। ਈਵਨ ਸਭ ਤੋਂ ਅੱਛਾ ਇਹ ਰਹਿੰਦਾ ਕਿ ਜੇਕਰ ਤੁਸੀਂ ਵਿਜ਼ਿਟ ਕਰਦੇ ਹੋ ਆਫਿਸ ਦੇ ਵਿੱਚ, ਆਪਣੇ ਡਾਕੂਮੈਂਟਸ ਲੈ ਕੇ ਜਾਂਦੇ ਹੋ, ਤਾਂ ਅਸੈਸਮੈਂਟ ਤੋਂ ਬਾਅਦ ਸਹੀ ਸਲਾਹ ਤੁਹਾਨੂੰ ਮਿਲ ਸਕਦੀ ਹੈ। ਕਈ ਵਾਰੀ ਆਪਾਂ ਫੋਨ ਤੇ ਡਿਸਕਸ ਕਰਦੇ ਹੋਏ ਕੁਝ ਗੱਲਾਂ ਨਹੀਂ ਦੱਸ ਪਾਉਂਦੇ, ਜਾਂ ਸਟੂਡੈਂਟਸ ਨੂੰ ਲੱਗਦਾ ਸ਼ਾਇਦ ਇਸ ਗੱਲ ਦੀ ਕੋਈ ਖਾਸ ਵੈਲਿਊ ਨਹੀਂ ਹੈ, ਪਰ ਜਦੋਂ ਤੁਸੀਂ ਪਹੁੰਚਦੇ ਹੋ, ਆਪਣੇ ਡਾਕੂਮੈਂਟਸ ਦਿਖਾਉਂਦੇ ਹੋ, ਸੋ ਛੋਟੀ ਛੋਟੀ ਗੱਲ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਹਾਂਜੀ, ਮੈਂ ਐਡ ਕਰਨਾ ਚਾਹਾਂਗਾ, ਸਾਡੇ ਜਿਹੜੇ ਦਫ਼ਤਰ ਨੇ ਸਵੇਰੇ 9 ਵਜੇ ਤੋਂ 5:30 ਵਜੇ ਤੱਕ ਦਫ਼ਤਰ ਖੁੱਲੇ ਨੇ, 6 ਡੇਜ਼ ਅ ਵੀਕ, ਮੰਡੇ ਤੋਂ ਸੈਟਰਡੇ ਤੁਸੀਂ ਆ ਸਕਦੇ ਹੋ। ਤੁਸੀਂ ਵੈਬ ਇਨਕੁਆਇਰੀ ਦੇ ਥਰੂ ਵੀ ਆ ਸਕਦੇ ਹੋ, ਤੁਸੀਂ ਪਰਸਨਲੀ ਵਾਕ ਇਨ ਵੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਤੁਸੀਂ ਜੇ ਆਏ ਨੂੰ ਤੁਸੀਂ ਆ ਸਕਦੇ ਹੋ। ਜਿੰਨਾ ਵੀ ਪ੍ਰੋਸੈਸ ਕਾਉਂਸਲਿੰਗ ਦਾ ਹੈ ਆਈਡੀਪੀ ਦਾ, ਇਟ ਇਜ਼ ਕੰਪਲੀਟਲੀ ਫ੍ਰੀ ਆਫ ਕਾਸਟ। ਅਸੀਂ 1 ਰੁਪਿਆ ਵੀ ਉਹਦੇ ਲਈ ਚਾਰਜ ਨਹੀਂ ਕਰਦੇ। ਜਿੰਨੇ ਵੀ ਤੁਹਾਡਾ ਜਿਹੜਾ ਸਪੈਂਡ ਹੈ ਉਹ ਤੁਸੀਂ ਡਾਇਰੈਕਟਲੀ ਇੰਸਟੀਟਿਊਟਸ ਨੂੰ ਪੇ ਕਰਦੇ ਹੈਗੇ ਹੋ, ਜਾਂ ਤੁਹਾਡੀ ਤੁਹਾਡੀ ਫੀਸ ਹੈਗੀ ਹੈ ਕਾਲਜ ਦੇ ਆਫਰ ਲਈ, ਉਹ ਲਈ ਤੁਸੀਂ ਡਾਇਰੈਕਟਲੀ ਪੇ ਕਰਦੇ ਹੋ। ਆਈਡੀਪੀ ਕੁਝ ਵੀ ਚਾਰਜ ਨਹੀਂ ਕਰਦਾ। ਜੀ 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 ਬਿਲਕੁਲ। ਸਰ ਥੋੜਾ ਤੁਹਾਡੀ ਲੁਧਿਆਣਾ ਬ੍ਰਾਂਚ ਬਾਰੇ ਹੀ ਜ਼ਰੂਰ ਜਾਣਨਾ ਚਾਹਾਂਗੇ। ਜਿਵੇਂ ਆਲਰੇਡੀ ਪਹਿਲਾਂ ਇੱਕ ਬ੍ਰਾਂਚ ਸੀਗੀ, ਉਸ ਤੋਂ ਬਾਅਦ ਵੀ ਇਹ ਸੈਕੰਡ ਬ੍ਰਾਂਚ ਸ਼ੁਰੂ ਕੀਤੀ ਗਈ। ਕੀ ਮੋਟਿਵ ਸੀ ਕਿ ਲੁਧਿਆਣਾ ਸ਼ਹਿਰ ਵਿੱਚ ਇੱਕ ਬ੍ਰਾਂਚ ਹੋਣ ਦੇ ਨਾਲ ਹੀ ਕਿ ਸਟੂਡੈਂਟਸ ਦਾ ਬਹੁਤ ਜ਼ਿਆਦਾ ਆਣਾ ਜਾਣਾ ਹੈ, ਜਾਂ ਕਿਸ ਤਰੀਕੇ ਨਾਲ ਦੇਖੀਏ ਕਿ ਸੈਕੰਡ ਬ੍ਰਾਂਚ ਸ਼ੁਰੂ ਕੀਤੀ ਗਈ? ਸੋ ਜਿਵੇਂ ਸ਼ੁਰੂ 'ਚ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਡਿਮਾਂਡ ਸਪਲਾਈ ਦੀ ਗੱਲ ਹੈ। ਇੰਡੀਆ ਦੇ ਵਿੱਚ ਆਪਸ਼ਨਸ ਹੈਗੀਆਂ, ਬਟ ਜਿਹੜੇ ਲੋੜੀਂਦੇ ਕੋਰਸ ਬੱਚੇ ਕਰਨਾ ਚਾਹੁੰਦੇ ਨੇ ਉੱਥੇ ਸੀਟ ਸ਼ਾਇਦ ਲਿਮਿਟਿਡ ਹੁੰਦੀਆਂ, ਜਿਹਦੇ ਕਰਕੇ ਬੱਚੇ ਸਾਡੇ ਕੋਲ ਜ਼ਿਆਦਾ ਆ ਰਹੇ ਨੇ। ਆਲਰੇਡੀ ਫਿਰੋਜ਼ ਗਾਂਧੀ ਮਾਰਕੀਟ ਜਿਹੜੀ ਸਾਡੀ ਆਫਿਸ ਹੈਗਾ 8 ਸਾਲ ਤੋਂ, ਉਹ ਕਾਫੀ ਅੱਛਾ ਅਸੀਂ ਪਰਫਾਰਮ ਕਰ ਰਹੇ ਸੀਗੇ। ਹੁਣ ਅਸੀਂ ਦੇਖਿਆ ਵੱਧਦੀ ਡਿਮਾਂਡ ਕਰਕੇ ਕਿ ਬੱਸ ਸਟੈਂਡ ਦੇ ਕੋਲ ਇੱਕ ਸਾਨੂੰ ਬ੍ਰਾਂਚ ਚਾਹੀਦੀ ਸੀਗੀ, ਜੋ ਅਸੀਂ ਓਪਨ ਕੀਤੀ ਹੈ। 3 ਕਿਲੋਮੀਟਰ ਦਾ ਡਿਸਟੈਂਸ ਹੈ, ਬਟ ਉਹ ਵਾਲੀ ਮਾਰਕੀਟ ਥੋੜੀ ਜਿਹੀ ਡਿਫਰੈਂਟ ਪੈ ਜਾਂਦੀ ਹੈ, ਕਿਉਂਕਿ ਚੰਡੀਗੜ੍ਹ ਵਾਲੇ ਜਿਹੜੇ ਚੰਡੀਗੜ੍ਹ ਰੋਡ ਵਾਲੇ ਬੱਚੇ ਨੇ, ਜਾਂ ਡੁਗਰੀ ਵਾਲੇ ਬੱਚੇ ਨੇ, ਉਹਨਾਂ ਲਈ ਥੋੜਾ ਜਿਹਾ, ਜਾਂ ਮੌਲਟਨ ਵਾਲੇ ਬੱਚੇ, ਉਹਨਾਂ ਲਈ ਇਹ ਬ੍ਰਾਂਚ ਜ਼ਿਆਦਾ ਬੈਟਰ ਰਹੇਗੀ। ਠੀਕ ਹੈ, ਉਹਨਾਂ ਨੇੜੇ ਪਏਗਾ। ਬਿਲਕੁਲ ਬਿਲਕੁਲ। ਤੇ ਸਰ ਜਿਹੜਾ ਆਪਾਂ ਹੁਣ ਰੀਸੈਂਟਲੀ ਪਾਸ ਆਊਟ ਸਟੂਡੈਂਟਸ ਨੇ +2 ਵਾਲੇ, ਉਹਨਾਂ ਲਈ ਇੱਕ ਤੁਹਾਡੇ ਤੋਂ ਮੈਸੇਜ ਲੈਣਾ ਚਾਹਾਂਗੇ ਕਿ ਕੀ ਸੋਚ ਕੇ ਕਿਵੇਂ ਅਪਲਾਈ ਕਰਨ ਤਾਂ ਕਿ ਰਿਫਿਊਜ਼ਲ ਨਾ ਆਵੇ ਤੇ ਜਲਦੀ ਵੀਜ਼ਾ ਆਵੇ? ਰਿਫਿਊਜ਼ਲ ਸਾਡੇ ਹੱਥ ਨਹੀਂ ਹੁੰਦਾ ਹੈਗਾ। ਜਿਵੇਂ ਮੈਂ ਤੁਹਾਨੂੰ ਕਿਹਾ, ਅਸੀਂ ਅੱਛੀ ਕਾਉਂਸਲਿੰਗ ਦੇ ਸਕਦੇ ਹੈਗੇ ਆ। ਸੋ ਬੱਚੇ ਰਿਜ਼ਲਟ ਅਵੇਟ ਕਰ ਰਹੇ ਨੇ, ਸੋ ਜਿੱਦਾਂ ਹੀ ਉਹਨਾਂ ਦਾ ਰਿਜ਼ਲਟ ਆਉਂਦਾ ਹੈ, ਮੈਂ ਇਹੀ ਰਿਕੁਐਸਟ ਕਰਾਂਗਾ, ਜਾਂ ਰਿਜ਼ਲਟ ਤੋਂ ਵੀ ਪਹਿਲਾਂ ਐਟਲੀਸਟ ਕਾਉਂਸਲਿੰਗ ਜਿਹੜੀ ਹੈ, ਆਪਣੇ ਜਿਹੜੇ ਕੋਰਸਿਸ ਨੇ ਜਾਂ ਉਹਦੇ ਬਾਰੇ ਐਟਲੀਸਟ ਅੰਡਰਸਟੈਂਡਿੰਗ ਲੈ ਲਓ। ਰਿਜ਼ਲਟ ਜਿੱਦਾਂ ਹੀ ਆਉਂਦਾ ਅਸੀਂ ਇਮੀਡੀਏਟਲੀ ਅਪਲਾਈ ਕਰਦੇ ਹਾਂ, ਔਰ ਅਪਕਮਿੰਗ ਇਨਟੇਕਸ ਜਿੱਦਾਂ ਮੈਂ ਦੱਸਿਆ ਹੈ, ਜਨਵਰੀ ਦਾ ਜਾਂ ਮਈ ਦਾ ਹੈਗਾ, ਜਾਂ ਆਸਟ੍ਰੇਲੀਆ ਦਾ ਦੱਸਿਆ, ਯੂਕੇ ਦਾ ਦੱਸਿਆ, ਤੁਸੀਂ ਇਮੀਡੀਏਟਲੀ ਅਪਲਾਈ ਕਰੋ। ਲਿਮਿਟਿਡ ਸੀਟਸ ਹੈਗੀਆਂ ਔਰ ਜਲਦੀ ਫਿਲ ਹੋ ਰਹੀਆਂ। ਜੀ 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 ਬਿਲਕੁਲ। ਸੋ ਤੁਸੀਂ ਜ਼ਰੂਰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਅਪਲਾਈ ਕਰੋ ਤਾਂ ਕਿ ਸਕਸੈਸਫੁਲੀ ਤੁਹਾਡਾ ਸਟੱਡੀ ਵੀਜ਼ਾ ਤੁਹਾਡੇ ਹੱਥ ਵਿੱਚ ਹੋਵੇ। ਮੈਂ ਹਮੇਸ਼ਾ ਜਿਵੇਂ ਗੱਲ ਕਰਦੀ ਹਾਂ ਕਿ ਸਿਰਫ ਜਦੋਂ ਇੱਕ ਸਟੂਡੈਂਟ ਦਾ ਵੀਜ਼ਾ ਆਉਂਦਾ, ਸਿਰਫ ਉਹਦਾ ਸੁਪਨਾ ਸਾਕਾਰ ਨਹੀਂ ਹੁੰਦਾ, ਪੂਰਾ ਘਰ ਪਰਿਵਾਰ ਜਿਹੜਾ ਉਸ ਬੱਚੇ ਨਾਲ ਜੁੜਿਆ ਹੁੰਦਾ, ਉਸਦੇ ਸੁਪਨੇ ਉਹਨਾਂ ਦੇ ਉਸ ਬੱਚੇ ਦੇ ਨਾਲ ਜੁੜੇ ਹੁੰਦੇ ਨੇ। ਸੋ ਪੂਰੇ ਪਰਿਵਾਰ ਦਾ ਸੁਪਨਾ ਜੋ ਹੈ ਸਾਕਾਰ ਹੋ ਰਿਹਾ ਹੁੰਦਾ। ਸੋ ਬੜੀ ਸਮਝਦਾਰੀ ਦੇ ਨਾਲ ਸਾਰੀ ਚੀਜ਼ਾਂ ਦੇ ਉੱਪਰ ਗੌਰ ਕਰਦੇ ਹੋਏ ਹੀ ਤੁਸੀਂ ਅਪਲਾਈ ਕਰਿਆ ਕਰੋ ਤਾਂ ਕਿ ਵਧੀਆ ਤਰੀਕੇ ਨਾਲ ਤੁਸੀਂ ਵਿਦੇਸ਼ ਜਾਓ ਅਤੇ ਸਾਲੋ ਸਾਲ ਅੱਗੇ ਵਧਦੇ ਜਾਓ ਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰੋ ਤੇ ਖੁਸ਼ੀਆਂ ਵਿੱਚ ਰਹੋ। ਤੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਇਹ ਸਾਰੀਆਂ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਲਈ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।
ਹੈ।